CPC ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੰਦਰਜੀਤ ਸਿੰਘ CPC TV ਵੱਲੋਂ ਅੱਜ ਇਮੀਗ੍ਰੇਸ਼ਨ ਵਿਦ ਵਿਸ਼ੂ ਮਹਿਤਾ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਦੇ ਪਹਿਲਾਂ 2 ਐਪੀਸੋਡ ਪੇਸ਼ ਹੋ ਚੁੱਕੇ ਹਨ। ਅੱਜ ਅਸੀਂ ਤੀਸਰਾ ਐਪੀਸੋਡ ਲੈ ਕੇ ਆਏ ਹਾਂ। ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਜਿਹੜੇ ਸਪਾਊਸਲ ਇਮੀਗ੍ਰੇਸ਼ਨ 'ਚ ਫਰਾਡ ਹੁੰਦੇ ਹਨ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਮੈਂ ਸਟੂਡੀਓ ਵਿੱਚ ਵਿਸ਼ੂ ਮਹਿਤਾ ਜੀ ਦਾ ਜੀ ਆਇਆਂ ਕਹਿੰਦਾ। ਵਿਸ਼ੂ ਮਹਿਤਾ ਜੀ, ਜੀ ਆਇਆਂ ਨੂੰ। ਧੰਨਵਾਦ ਡਾਕਟਰ ਭਾਟੀਆ, ਤੁਹਾਡਾ ਕੀਮਤੀ ਸਮਾਂ ਦੇਣ ਲਈ ਜੀ। ਉਮੀਦ ਕਰਦੇ ਹਾਂ ਸਾਡੇ ਪਿਛਲੇ ਸ਼ੋਅ ਵੀ ਸਾਡੀ ਆਡੀਅנס ਨੂੰ ਪਸੰਦ ਆਏ ਹੋਣਗੇ ਤੇ ਅੱਜ ਵੀ ਅਸੀਂ ਜਿਹੜੇ ਪ੍ਰੈਕਟੀਕਲ ਐਲੀਮੈਂਟਸ, ਜਿਹੜੇ ਮਿਸਰੈਪਰੈਜ਼ੈਂਟੇਸ਼ਨ ਵਰਡ ਅਸੀਂ ਯੂਜ਼ ਕਰਦੇ ਹਾਂ ਉਹਨੂੰ ਟੱਚ ਕਰਾਂਗੇ। ਲੈਟਸ ਸੀ ਹਾਊ ਇਟ ਗੋਸ। ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਵਿੱਚ ਇੱਕ ਬੜਾ ਹੀ ਜਿਹੜਾ ਫਰਾਡ ਕੇਸ ਆ ਸਪਾਊਸਲ ਇਮੀਗ੍ਰੇਸ਼ਨ ਦਾ ਬੜਾ ਚਰਚਾ ਚੱਲਿਆ ਹਿੰਦੁਸਤਾਨ 'ਚ ਵੀ ਤੇ ਕੈਨੇਡਾ 'ਚ ਵੀ। ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੇ ਵਿਚਾਰ ਉਸ ਪ੍ਰੋਗਰਾਮ ਬਾਰੇ, ਉਸ ਜਿਹੜਾ ਹੈਗਾ ਕੇਸ ਉਹਦੇ ਬਾਰੇ ਪੁੱਛਣਾ ਚਾਹੁੰਦਾ ਵਾਂ। ਤੁਹਾਡੇ ਵਿਚਾਰਾਂ 'ਚ ਉਸ ਜਿਹੜਾ ਕੇਸ ਹੈ ਉਹਦੇ ਵਿੱਚ ਕੀ ਮੁੰਡੇ ਦਾ ਕਸੂਰ ਸੀ ਜਾਂ ਲੜਕੀ ਦਾ ਕਸੂਰ ਸੀ, ਕੌਣ ਜ਼ਿੰਮੇਵਾਰ ਆ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ? ਡਾਕਟਰ ਸਾਹਿਬ, ਪਹਿਲਾਂ ਤਾਂ ਵੀ ਤੁਸੀਂ ਮੇਰੇ ਪਰਸਨਲ ਵਿਊਜ਼ ਪੁੱਛੇ। ਮੈਂ ਐਜ਼ ਏ ਪਹਿਲਾਂ ਅਸੀਂ ਇਨਸਾਨ ਹਾਂ, ਫਿਰ ਉਸ ਤੋਂ ਬਾਅਦ ਅਸੀਂ ਕੁਝ ਪ੍ਰੈਕਟੀਸ਼ਨਰ ਆ ਜਾਂ ਮਹਾਰਾਜ ਦੀ ਕਿਰਪਾ ਕਰਕੇ ਜੋ ਤੁਹਾਨੂੰ ਕੀਤਾ ਦਿੱਤਾ ਜਾਂਦਾ, ਅਹੁਦੇਦਾਰੀ ਦਿੱਤੀ ਜਾਂਦੀ ਆ, ਅਸੀਂ ਫਿਰ ਉਹਦੇ ਰਿਸਪੌਂਸੀਬਲ ਪਰਸਨ ਹੁੰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਇਹ ਸਿਚੁਏਸ਼ਨ ਹੈ ਬੜੀ ਮੰਦਭਾਗੀ ਸਿਚੁਏਸ਼ਨ ਹੈ। ਮੰਦਭਾਗੀ ਮੈਂ ਤਾਂ ਕਹਿੰਦਾ ਜੀ, ਸਾਡੀ ਸੁਸਾਇਟੀ ਕੌਣ ਜ਼ਿੰਮੇਵਾਰ ਹੈ, ਕੌਣ ਕਸੂਰਵਾਰ ਹੈ, ਕਿਸੇ ਨੇ ਕੀ ਗਵਾਇਆ, ਕਿਸੇ ਨੇ ਕੀ ਪਾਇਆ, ਕਿਸੇ ਦਾ ਕੀ ਫਾਇਦਾ ਨਿਕਲਿਆ, ਕੀ ਨੁਕਸਾਨ ਹੋਇਆ। ਬੜਾ ਆਸਾਨ ਹੈ ਜੀ। ਅਸੀਂ ਆਮ ਤੌਰ 'ਤੇ ਗੱਲ ਕਰਦੇ ਹਾਂ, ਆਫਟਰ ਦਾ ਫੈਕਟ ਗੱਲ ਕਰਨੀ ਬੜੀ ਆਸਾਨ ਹੈ, ਲੇਬਲਿੰਗ ਕਰਨੀ ਬੜੀ ਆਸਾਨ ਹੈ। ਜਦੋਂ ਚੀਜ਼ ਹੈਪਨ ਹੋ ਗਈ ਉਦੋਂ ਬਾਅਦ ਆਪਦਾ ਕਮੈਂਟ ਹਰੇਕ ਇਨਸਾਨ ਦੇ ਸਕਦਾ, ਈਜ਼ੀ ਹੈ ਵੀ ਠੀਕ ਹੈ ਯਾਰ ਇਹ ਇੱਦਾਂ ਹੋਇਆ ਸੀਗਾ ਤੇ ਉਹਨੂੰ ਕੋਈ ਵੀ ਜਿਹੜੀ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ ਜੀ। ਤੁਸੀਂ ਵਿਚਾਰ ਅੱਡ-ਅੱਡ ਰੱਖ ਸਕਦੇ ਹੋ। ਹਰ ਇਨਸਾਨ ਨੂੰ ਪਰਮਾਤਮਾ ਨੇ ਅੱਡ-ਅੱਡ ਦਿਮਾਗ ਦਿੱਤਾ। ਕੁਝ ਲੋਕ ਉਹਦੇ ਨਾਲ ਸਹਿਮਤ ਹੋਣਗੇ, ਕੁਝ ਲੋਕ ਉਹਦੇ ਨਾਲ ਸਹਿਮਤ ਨਹੀਂ ਹੋਣਗੇ। ਕੋਈ ਵੀ ਤਾਂ ਹੀ ਇਹਨੂੰ ਡਿਬੇਟੇਬਲ ਟੌਪਿਕ ਕਹਿ ਦਿੰਦੇ ਆ, ਡਿਬੇਟੇਬਲ ਸਿਚੁਏਸ਼ਨਸ ਕਹਿ ਦਿੰਦੇ ਆ, ਜਿਹੜੀ ਸਾਡੀ ਆਮ ਜਿਹੜੀ ਜ਼ਿੰਦਗੀ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਸੋ ਜੇ ਹੁਣ ਆਪਾਂ ਕਹੀਏ ਕਿ ਵੀ ਏ ਬੋਡੀ ਦਾ ਕਸੂਰ ਹੈ ਤਾਂ ਉਹਨੇ ਕਹਿਣਾ ਤੁਸੀਂ ਬੀ ਦੇ ਸਪੋਰਟਰ ਹੋ ਗਏ, ਜੇ ਬੀ ਨੂੰ ਕਿਹਾ ਤਾਂ ਉਹਨੇ ਕਹਿਣਾ ਏ ਦੇ ਸਪੋਰਟਰ ਹੋ ਗਏ। ਸੋ ਸਮਟਾਈਮਸ ਵੀ ਹੈਵ ਟੂ ਰਿਸਪੈਕਟ ਡਿਫਰੈਂਟ ਓਪੀਨੀਅਨਸ ਔਨ ਅ ਪਰਟੀਕੂਲਰ ਸਿਚੁਏਸ਼ਨ। ਠੀਕ ਹੈ ਜੀ। ਹੁਣ ਮੈਂ ਇਹਨੂੰ ਮੰਦਭਾਗੀ ਗੱਲ ਕਹੀ, ਇਹਦੇ ਵਿੱਚ ਜ਼ਿੰਮੇਵਾਰੀ ਬਹੁਤ ਲੋਕਾਂ ਦੀ ਹੈ, ਬਹੁਤ ਪਾਰਟੀਆਂ ਬਣ ਸਕਦੀਆਂ। ਜੇ ਆਪਾਂ ਧਿਰਾਂ ਦੀ ਗੱਲ ਕਰਦੇ ਹਾਂ ਸਾਡੀ ਕਾਨੂੰਨੀ ਜ਼ਬਾਨ ਦੇ ਵਿੱਚ, ਮੁੰਡੇ ਵਾਲਾ ਧਿਰ ਹੋ ਗਿਆ, ਕੁੜੀ ਵਾਲਾ ਧਿਰ ਹੋ ਗਿਆ, ਵਿੱਚ ਵਿਚਾਲੇ ਸਿਸਟਮ ਹੋ ਗਿਆ, ਠੀਕ ਹੈ, ਫਿਰ ਸੁਸਾਇਟੀ ਹੋ ਗਈ, ਠੀਕ ਹੈ, ਫਿਰ ਇਮੀਗ੍ਰੇਸ਼ਨ ਦਾ ਕਲਚਰ ਹੋ ਗਿਆ, ਠੀਕ ਹੈ ਜੀ। ਜਿਹੜੇ ਪ੍ਰੀਵੀਅਸ ਇੱਦਾਂ ਦੇ ਰਿਜ਼ਲਟਸ ਪੋਜ਼ਿਟਿਵ ਰਹੇ, ਜਿਨ੍ਹਾਂ ਕਰਕੇ ਇਹ ਚੀਜ਼ਾਂ ਇਨਕਰੇਜ ਹੋਈਆਂ, ਠੀਕ ਹੈ ਨਾ ਜੀ। ਫਿਰ ਇੱਕ ਵੂਮਨ ਐਸਪੈਕਟ ਆ ਜਾਂਦਾ ਜੀ ਕਿ ਵੀ ਠੀਕ ਹੈ ਕਿ ਅਸੀਂ ਉਸ ਸੁਸਾਇਟੀ ਤੱਕ ਅੱਗੇ ਵੱਧ ਚੁੱਕੇ ਹਾਂ ਕਿ ਵੀ ਹਰ ਕਿਸੇ ਨੂੰ ਰਿਲੇਸ਼ਨਸ਼ਿਪ ਦੇ ਵਿੱਚ ਕਿੰਨੀ ਕੁ ਆਜ਼ਾਦੀ ਹੈ। ਮਤਲਬ ਇਹਦੇ 'ਚ ਕਨਸੈਪਟ ਬਹੁਤ ਜ਼ਿਆਦਾ ਇਨਵੋਲਵਡ ਨੇ। ਇਹਨੂੰ ਕਾਫੀ ਡਾਇਮੈਂਸ਼ਨਸ ਤੋਂ ਦੇਖਣ ਦੀ ਜ਼ਰੂਰਤ ਹੈ। ਆਪਾਂ ਐਨਾਲਾਈਜ਼ ਕਰਦੇ ਹਾਂ, ਹਰ ਬੰਦਾ ਕਹੂਗਾ ਜੀ ਠੀਕ ਹੈ ਜਰਨਲ ਗੱਲਾਂ ਕਰਨੀਆਂ ਆਸਾਨ ਨੇ, ਗੱਲਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਆਸਾਨ ਹੈ, ਲੇਕਿਨ ਕਿਸੇ ਦਾ ਪੁੱਤ ਮਰਿਆ, ਕਿਸੇ ਦੀ ਧੀ ਇਫੈਕਟ ਹੋਈ, ਠੀਕ ਹੈ ਨਾ ਜੀ, ਕਿਸੇ ਨੇ ਪੈਸੇ ਕਰਜ਼ਾ ਲੈ ਕੇ ਸਾਰੇ ਲਾਏ, ਠੀਕ ਹੈ, ਕਿਸੇ ਨੇ ਕਿਸੇ ਦਾ ਅਬਿਊਜ਼ ਕੀਤਾ, ਠੀਕ ਹੈ, ਮਿਸਯੂਜ਼ ਕੀਤਾ। ਤੁਸੀਂ ਵਰਡ ਫਰਾਡ ਕਹਿਤਾ, ਮਤਲਬ ਫਰਾਡ ਬਹੁਤ ਵੱਡੀ ਟਰਮ ਹੋ ਜਾਂਦੀ ਹੈ ਅੰਟਿਲ ਅਨਲੈਸ ਹਾਂਜੀ ਉਹਨੂੰ ਡਿਕਲੇਅਰ। ਸਾਡੀ ਟਰਮ 'ਚ ਅਸੀਂ ਉਹਨੂੰ ਮਿਸਰੈਪਰੈਜ਼ੈਂਟੇਸ਼ਨ ਕਹਿੰਦੇ ਜਦੋਂ ਤੱਕ ਉਹ ਇਮੀਗ੍ਰੇਸ਼ਨ ਤੱਕ ਇਨਵੋਲਵ ਹੈ, ਠੀਕ ਹੈ ਨਾ ਜੀ। ਸੋ ਕਾਫੀ ਚੀਜ਼ਾਂ ਨੇ, ਜਦੋਂ ਲੜੀਵਾਰ ਚੀਜ਼ਾਂ ਹੈਪਨ ਹੁੰਦੀਆਂ ਆਪਾਂ ਸਾਰੀ ਚੀਜ਼ਾਂ ਨੂੰ ਐਗਜ਼ਾਮਿਨ ਕਰ ਲੈਂਦੇ ਹਾਂ, ਵੱਖ-ਵੱਖ ਧਿਰਾਂ ਨੂੰ ਐਗਜ਼ਾਮਿਨ ਕਰਦੇ ਹਾਂ ਜੀ। ਲੈਟਸ ਸੇ ਮੁੰਡੇ ਜਦੋਂ ਕੋਈ ਵੀ ਆਪਾਂ ਮੈਰਿਜ ਕਰਨੀ ਹੈ, ਰਿਸ਼ਤਾ ਕਰਦੇ ਹਾਂ, ਅਕਸਰ ਜਦੋਂ ਮੇਰੇ ਕੋਲ ਕਾਲ ਆਊਗੀ ਕਿ ਸਰ ਅਸੀਂ ਇੱਦਾਂ ਕਰਨਾ ਚਾਹੁੰਦੇ ਹਾਂ, ਵੀ ਸਾਨੂੰ ਇੱਦਾਂ ਕੁੜੀ ਮਿਲ ਰਹੀ ਹੈ ਜਾਂ ਸਾਨੂੰ ਇੱਦਾਂ ਮੁੰਡਾ ਮਿਲ ਰਿਹਾ ਤੇ ਵੀ ਜਸਟ ਪਲਾਨ ਕਿ ਵੀ ਇਹਨਾਂ ਦੀ ਮੈਰਿਜ ਕਰਕੇ। ਸਰ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ, ਸਾਰੀਆਂ ਜੇ ਲੈਟਸ ਸੇ ਆਪਣੇ ਕੋਲ ਹੁਣ 100, 500, 1000, 1500, 2000 ਇੱਦਾਂ ਦੇ ਕੇਸ ਨੇ, ਰਿਲੇਟਿਵਲੀ ਦੇ ਆਰ ਹਾਈ ਨੰਬਰ ਆਫ ਜਿਹੜੇ ਸਕਸੈਸਫੁਲ ਹਾਂਜੀ। ਲੈਟਸ ਸੇ ਜੇ ਆਪਾਂ 50000 ਪਿੱਛੇ ਜੇ ਨੰਬਰ ਦੇਖੀਏ ਤਾਂ 2000 ਜੇ ਚੈਲੰਜ ਨੇ ਤਾਂ 48000 ਪੋਜ਼ਿਟਿਵ ਸੈਟਲਡ ਵੀ ਨੇ। ਸੋ ਇਮੀਗ੍ਰੇਸ਼ਨ ਕਦੇ ਵੀ ਜਦੋਂ ਪ੍ਰੋਗਰਾਮ ਬਣਾਉਂਦੀ ਹੈ, ਸੋ ਹਾਲਾਂਕਿ ਬਹੁਤ ਛੇਤੀ ਡਿਵੈਲਪ ਹੋ ਗਿਆ, ਫਾਸਟ ਅਵੇਲੇਬਿਲਿਟੀ ਹੋ ਗਈ ਤੇ ਟੈਸਟਿੰਗ ਉਨੀ ਪ੍ਰੋਪਰ ਹੋਈ ਨਹੀਂ, ਇਹਦੇ ਤੇ ਦੁਰਗਾਮੀ ਇਹਦੇ ਰਿਜ਼ਲਟ ਹੁਣ ਆਉਣੇ ਸ਼ੁਰੂ ਹੋਏ ਇੱਕ ਤਰੀਕੇ ਨਾਲ। ਸੋ
ਗੱਲ ਕੀ ਹੈ ਕਿ ਇਮੀਗ੍ਰੇਸ਼ਨ ਜਦੋਂ ਕੁਝ ਵੀ ਡਿਜ਼ਾਈਨ ਕਰਦੀ ਹੈ ਉਹਨਾਂ ਨੇ ਬੜਾ ਕੁਝ ਸੋਚਣਾ ਹੁੰਦਾ, ਆਪਣੀ ਕੰਟਰੀ ਦੀ ਇਕਨੋਮਿਕ ਹਾਲਾਤ ਸੋਚਣੇ ਹੁੰਦੇ ਆ, ਤੁਹਾਡੇ ਪਰਿਵਾਰਕ ਫਾਈਨੈਂਸ਼ੀਅਲੀ ਗੇਨ ਤੁਸੀਂ ਕੈਪੇਬਲ ਹੈਗੇ ਆ ਆਪਣੇ ਆਪ ਨੂੰ ਉੱਥੇ ਸੈਟਲ ਕਰਨ ਲਈ। ਸੋ ਉਹ ਆਪਦੇ ਇੰਡੀਕੇਟਰ ਅਸੈਸ ਕਰਦੇ ਆ। ਐਜ਼ ਏ ਹਿਊਮਨ ਬੀਇੰਗ ਸਾਨੂੰ ਆਪਣੇ ਇੰਡੀਕੇਟਰ ਸੋਚਣੇ ਹੁੰਦੇ ਆ ਕਿ ਵੀ ਅਸੀਂ ਕੀ ਕਰਨ ਜਾ ਰਹੇ ਹਾਂ। ਮੈਂ ਤਾਂ ਇੱਕ ਹੋਰ ਚੀਜ਼ ਸੋਚਦਾ ਵੀ ਕੈਨੇਡਾ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਨਾ, ਉੱਥੇ ਜਾਓ ਨਾ, ਉਹਨਾਂ ਦੇ ਆਫਿਸ ਲਿਖਿਆ ਹੁੰਦਾ ਹੈ ਵੀ ਆਰ ਫਾਰ ਦਾ ਹੈਪੀਨੈਸ ਆਫ ਦਾ ਫੈਮਿਲੀ। ਹਾਂਜੀ, ਵੀ ਵਾਂਟ ਟੂ ਯੂਨਾਈਟ ਦਾ ਫੈਮਿਲੀ। ਉਹ ਸ਼ੁਰੂ ਤੋਂ ਹੀ ਕੈਨੇਡਾ ਇਜ਼ ਹਾਈਲੀ ਇਨਵੈਸਟਿੰਗ ਇਨ ਦਾ ਫੈਮਿਲੀ ਰੀਯੂਨੀਫਿਕੇਸ਼ਨ। ਈਵਨ ਇਲੈਕਸ਼ਨਸ ਦੇ ਵੀ ਤੁਸੀਂ ਦੇਖੋ, ਮਤਲਬ ਹਾਊਸਿੰਗ ਵਨ ਆਫ ਦਾ ਮੇਜਰ ਕਨਸੈਪਟ ਸਾਹਮਣੇ ਆ ਰਿਹਾ। ਸੋ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ, ਮੈਂ ਕਾਫੀ ਵੀ ਇਹਨੂੰ ਬੰਦ ਕਰ ਦੇਣਾ ਚਾਹੀਦਾ, ਸਪਾਊਸ ਨੂੰ ਹੋਣਾ ਨਹੀਂ ਚਾਹੀਦਾ, ਬਹੁਤ ਅੱਡ ਵਿਚਾਰ ਨੇ। ਕਿਵੇਂ ਬੰਦ ਹੋ ਜਾਊਗਾ? ਜਦੋਂ ਕੋਈ ਇਮੀਗ੍ਰੇਸ਼ਨ ਪ੍ਰੋਗਰਾਮ ਡਿਜ਼ਾਈਨ ਹੁੰਦਾ ਉਹਦੇ 'ਚ ਚੇਂਜਸ ਹੋ ਸਕਦੇ ਨੇ। ਠੀਕ ਹੈ ਜੀ, ਇੱਕ ਸਪਾਊਸ ਹੈ, ਸਪਾਊਸ ਇਜ਼ ਇੰਟਾਈਟਲਡ ਟੂ ਲਿਵ ਟੁਗੇਦਰ। ਜਿਹੜਾ ਮੈਰਿਜ ਦਾ ਇੰਸਟੀਟਿਊਸ਼ਨ ਬਣਿਆ ਹੈ, ਉਹ ਸਪਾਊਸ ਨੇ, ਚਾਹੇ ਫੀਮੇਲ ਹੈ ਚਾਹੇ ਮੇਲ ਹੈ, ਇਟ ਹੈਜ਼ ਟੂ ਬੀ ਟੁਗੇਦਰ। ਉਹ ਅੱਜ ਨਹੀਂ ਤਾਂ ਕੱਲ, ਜਿੰਨਾ ਉਹ ਸਮਾਂ ਜਲਦੀ ਟੁਗੇਦਰ ਹੋਣਗੇ ਜੀ, ਓਨਾ ਹੀ ਉਹ ਆਪਣੀ ਪਰਸਨਲ ਰੀਅਰ ਅਪ ਕਰ ਸਕਦੇ ਨੇ, ਉਦਾਂ ਹੀ ਉਹ ਕੰਟਰੀ ਨੂੰ ਕੰਟਰੀਬਿਊਟ ਕਰ ਸਕਦੇ, ਆਪਣੀ ਫੈਮਿਲੀ ਨੂੰ ਕੰਟਰੀਬਿਊਟ ਕਰ ਸਕਦੇ, ਸੋਸਾਇਟੀ ਨੂੰ ਕੰਟਰੀਬਿਊਟ ਕਰ ਸਕਦੇ। ਇਹਦੇ ਤੇ ਨੋਬਲ ਇੰਟੈਂਟ ਹੁੰਦਾ। ਜਾਂ ਜੇ ਬੰਦਾ ਘਰ ਖੁਸ਼ ਹੋਊਗਾ ਤਾਂ ਹੀ ਬਾਹਰ ਖੁਸ਼ ਹੋਊਗਾ। ਬਿਲਕੁਲ। ਹੁਣ ਪ੍ਰੋਬਲਮਸ ਤੁਸੀਂ ਇਹਨੂੰ ਕਿਹਾ ਕਿ ਵੀ ਦਿੱਕਤਾਂ ਕਿੱਥੇ ਨੇ? ਦਿੱਕਤਾਂ ਕੀ? ਦੇਖੋ, ਆਪਾਂ ਕਹੀਏ ਕਿ ਮੈਨੀਪੂਲੇਸ਼ਨ ਹਰ ਸਿਸਟਮ ਦੇ ਵਿੱਚ, ਠੀਕ ਹੈ ਨਾ ਜੀ, ਚਾਹੇ ਉਹ ਏਜੰਟ ਲੈਵਲ ਤੋਂ ਕਹਿ ਦਈਏ, ਕਾਉਂਸਲ ਲੈਵਲ ਤੋਂ ਕਹਿ ਦਈਏ, ਆਪਣੇ ਪਰਿਵਾਰਕ ਲੈਵਲ ਤੋਂ ਕਹਿ ਦਈਏ, ਪਿੰਡ ਲੈਵਲ ਤੇ ਕਹਿ ਦਈਏ, ਸ਼ਹਿਰ ਲੈਵਲ ਤੇ ਕਹਿ ਦਈਏ, ਮਤਲਬ ਕਿਤੇ ਨਾ ਕਿਤੋਂ ਕੁਛ ਨਾ ਕੁਛ ਉੱਦਾਂ ਦੀ ਇਨਫੋਰਮੇਸ਼ਨ ਮੈਨੀਪੂਲੇਸ਼ਨ ਅਵੇਲੇਬਲ ਹੈ। ਲੇਕਿਨ ਜੇ ਤੁਸੀਂ ਕਹੋ ਜੀ ਫਲਾਣੇ ਬੰਦੇ ਨੇ ਮੇਰੀ ਫਾਈਲ ਤੇ ਆਹ ਕਰਤਾ, ਇਮੀਗ੍ਰੇਸ਼ਨ ਡੋਂਟ ਗੋ ਬਾਈ ਦੈਟ। ਓਕੇ, ਠੀਕ ਹੈ ਜੀ, ਤੁਸੀਂ ਆਪਣੀ ਫਾਈਲ ਲਈ ਖੁਦ ਜ਼ਿੰਮੇਵਾਰ ਹੋ। ਸੋ ਇਹ ਨਹੀਂ ਆਪਾਂ ਕਹਿ ਸਕਦੇ ਜੀ ਕਿ ਉਹਨਾਂ ਨੇ ਡਿਕਲੇਅਰ ਕਰਤਾ ਜੀ ਤੇ ਸਾਡੇ ਨਾਲ ਆਹ ਹੋ ਗਿਆ ਜੀ, ਇਹ ਹੋ ਗਿਆ। ਹਾਲਾਂਕਿ ਇਨੋਸੈਂਟ ਮਿਸਰੈਪ੍ਰੈਜ਼ੈਂਟੇਸ਼ਨ ਆਪਾਂ ਇੱਕ ਸ਼ੋਅ ਕਰਾਂਗੇ ਜੀ। ਇਮੀਗ੍ਰੇਸ਼ਨ ਦਾ ਇੱਕ ਕਲੌਜ਼ ਹੈ, ਹੁਣੀ ਬਹੁਤ ਬਿਊਟੀਫੁਲ ਜਜਮੈਂਟ ਆਈ ਹੈ ਜੀ ਕੋਰਟ ਤੋਂ, ਇਨੋਸੈਂਟ ਰਿਪਰੈਜ਼ੈਂਟੇਸ਼ਨ ਨੂੰ ਲੈ ਕੇ, ਮਿਸਰੈਪ੍ਰੈਜ਼ੈਂਟੇਸ਼ਨ ਨੂੰ ਲੈ ਕੇ, ਕਿ ਵੀ ਕਈ ਵਾਰ ਉਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹਦੇ ਕਰਕੇ ਬੰਦੇ ਦੇ ਬੈਨ ਆ ਜਾਂਦਾ। ਆਪਾਂ ਉਹਦੇ ਸ਼ੋਅ ਕਵਰ ਕਰਾਂਗੇ ਜੀ। ਹਾਂਜੀ, ਲੇਕਿਨ ਕੁਛ ਚੀਜ਼ਾਂ ਹੈਗੀਆਂ ਵੀ ਤੁਸੀਂ ਡਿਲੀਬਰੇਟਲੀ ਕੀਤੀਆਂ ਜਾਂ ਉਹਨੂੰ ਈਜ਼ੀਲੀ ਅਵੋਇਡ ਕਰ ਸਕਦੇ ਸੀ। ਓਕੇ, ਠੀਕ ਹੈ ਨਾ ਜੀ। ਹੁਣ ਆਪਾਂ ਮੈਰਿਜ ਕਨਸੈਪਟ ਤੋਂ ਸਟਾਰਟ ਕਰਦੇ ਹਾਂ ਜੀ, ਕਿੱਥੇ ਗੱਲ ਉਲਝਦੀ ਹੈ। ਸਾਡੇ ਕੋਲ ਵੀ ਜਦੋਂ ਮੈਂ ਤੁਹਾਨੂੰ ਹੁਣ ਕਹਿ ਕੇ ਹਟਿਆ ਵੀ ਸਾਡੇ ਕੋਲ ਇਦਾਂ ਦਾ ਕੁੜੀ ਦਾ ਪ੍ਰੋਫਾਈਲ ਹੈ ਜੀ, ਇਦਾਂ ਦਾ ਮੁੰਡੇ ਦਾ ਫਰਕੀਮ, ਮੈਂ ਹਰ ਕਿਸੇ ਨੂੰ ਕਹਿੰਦਾ ਜੀ, ਹੁਣ ਵੀ ਮੈਂ ਖੁੱਲ੍ਹ ਕੇ ਰਿਪੀਟ ਕਰਦਾ, ਮੈਰਿਜ ਤੁਸੀਂ ਕਿਸੇ ਵੀ ਧਰਮ ਦੇ ਰਿਲੇਟਡ ਅੱਗੇ ਮਹਾਰਾਜ ਦੀ ਹਜ਼ੂਰੀ 'ਚ ਕਰ ਰਹੇ ਹੋ, ਫੇਰੇ ਕਰ ਰਹੇ ਹੋ, ਤੁਸੀਂ ਚਰਚ 'ਚ ਕਰ ਰਹੇ ਹੋ, ਤੁਸੀਂ ਕਲਮਾ ਪੜ੍ਹ ਰਹੇ ਹੋ, ਕਿਸੇ ਵੀ ਧਰਮ ਦੇ ਵਿੱਚ ਹੈਗੇ ਆ, ਤੁਸੀਂ ਇੱਕ ਸਪਿਰਿਚੁਅਲ ਪ੍ਰੈਜ਼ੈਂਸ ਦੇ ਵਿੱਚ ਆਪਣੀ ਮੈਰਿਜ ਨੂੰ ਕੰਡਕਟ ਕਰਦੇ ਹੋ। ਸੋ ਤੁਹਾਡੀ ਪਰਸਨਲ ਜਿਹੜੀ ਰਿਸਪੌਂਸਿਬਿਲਿਟੀ ਲਾ ਲਈਏ ਜਾਂ ਉਹਨੂੰ ਤੁਹਾਡੀ ਜਿਹੜੀ ਰੀਅਰ ਅਪ ਦੀ ਪ੍ਰੈਕਟਿਸ ਹੈ, ਉਹ ਬੜੀ ਇੰਪੋਰਟੈਂਸ ਰੱਖਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ। ਸੋ ਕਿਤੇ ਵੀ ਤੁਹਾਡੀ ਇੰਟੈਂਟ ਹੈ ਉਹ ਨੈਗੇਟਿਵ ਨਹੀਂ ਹੋਣੀ ਚਾਹੀਦੀ। ਮੈਂ ਹਮੇਸ਼ਾ ਕਹਿੰਦਾ ਇਮੀਗ੍ਰੇਸ਼ਨ ਇਜ਼ ਆਲਵੇਜ਼ ਸੈਕੰਡਰੀ, ਫਸਟ ਇਜ਼ ਯੂ ਆਰ ਐਂਟਰਿੰਗ ਇਨਟੂ ਅ ਮੈਰਿਜ। ਸੋ ਤੁਹਾਡੀ ਮੈਰਿਜ ਤੁਹਾਡੀ ਪ੍ਰਾਇੋਰਟੀ ਹੋਣੀ ਚਾਹੀਦੀ, ਇਮੀਗ੍ਰੇਸ਼ਨ ਤੁਹਾਡੀ ਸੈਕੰਡਰੀ ਹੋਣੀ ਚਾਹੀਦੀ ਹੈ। ਇਟਸ ਬੇਸਿਕਲੀ ਮੈਰਿਜ ਇਟਸੈਲਫ ਇਜ਼ ਅ ਸੀਕ੍ਰੇਟ ਇੰਸਟੀਟਿਊਸ਼ਨ। ਹਾਂਜੀ, ਸੋ ਤੁਸੀਂ ਉਹਨੂੰ ਰਿਸਪੈਕਟ ਕਰੋ। ਇੱਕ ਸੈਕੰਡ ਥਿੰਗ ਹੋ ਰਿਹਾ, ਇੱਕ ਤੁਹਾਡੀ ਨੀਅਤ। ਹਾਂਜੀ ਹਾਂਜੀ, ਮੈਂ ਨਾ ਕਈ ਵਾਰੀ ਸੋਚਦਾ ਜੇ ਤੁਹਾਡੀ ਨੀਅਤ ਮਾੜੀ ਹੋਵੇ ਤੇ ਰੱਬ ਤੁਹਾਨੂੰ ਉੱਤੇ ਦਿੰਦਾ, ਜੇ ਨੀਅਤ ਮਾੜੀ ਫਲ ਦਿੰਦਾ। ਹਾਂਜੀ, ਜੇ ਤੁਹਾਡੀ ਨੀਤੀ ਮਾੜੀ ਆ, ਯਾਨੀ ਕਿ ਜਿਹਦੇ ਐਕਸ਼ਨ ਮਾੜੇ ਆ, ਹਾਂਜੀ, ਦੈਨ ਫਿਰ ਸਰਕਾਰ ਤਾਂ ਲੋਕੀ ਸੁਝਾ ਦਿੰਦੇ ਆ। ਬਿਲਕੁਲ ਜੀ। ਸੋ ਬੇਸਿਕਲੀ ਨੀਅਤ ਸਾਫ਼ ਹੋਣੀ ਚਾਹੀਦੀ। ਮੈਂ ਪਿਛਲੇ ਸ਼ੋਅ 'ਚ ਵੀ ਗੱਲ ਕਹੀ, ਨੀਅਤ ਤੇ ਨੀਅਤੀ ਦੋਨੋਂ ਸਹੀ ਹੋਣੇ ਚਾਹੀਦੇ। ਹਾਂਜੀ, ਤੁਸੀਂ ਨੀਅਤ, ਕਈ ਵਾਰ ਉਹਦੇ 'ਚ ਵੀ ਬੜੀਆਂ ਗੱਲਾਂ ਨੇ ਵੀ ਤੁਹਾਡੀ ਨੀਅਤ ਸਾਫ਼ ਸੀ, ਨੀਅਤੀ ਨਹੀਂ ਸਹੀ ਆਈ ਵੀ, ਠੀਕ ਹੈ। ਯੂ ਨੈਵਰ ਨੋ, ਕਿਸੇ ਦੇ, ਆਪਾਂ ਪੰਜਾਬੀ 'ਚ ਆਮ ਤੌਰ 'ਤੇ ਕਿਸੇ ਦੇ ਢਿੱਡ 'ਚ ਨਹੀਂ ਵੜਿਆ ਜਾਂਦਾ, ਠੀਕ ਹੈ। ਕੱਲ ਨੂੰ ਕਿਸੇ ਪਾਰਟਨਰ, ਜੇ ਉਹਦਾ ਮਤਲਬ ਇਹ ਨਹੀਂ ਕਿ ਉਹ ਕੈਨੇਡਾ ਪਹੁੰਚ ਕੇ ਉਦਾਂ ਦਾ ਹੋਇਆ। ਇੰਡੀਆ ਦੇ ਵਿੱਚ ਕੀ ਡਿਵੋਰਸ ਰੇਟ ਨਹੀਂ ਹੈਗਾ? ਜਿਹੜੇ ਸਪਾਊਸ ਤੁਸੀਂ ਆਮ ਤੌਰ ਤੇ ਦੇਖ ਰਹੇ ਹੋ ਉੱਥੇ ਵੀ ਇਸ਼ੂਜ਼ ਨੇ, ਲੇਕਿਨ ਇੱਥੇ ਇਮੀਗ੍ਰੇਸ਼ਨ ਇਨਵੋਲਵ ਹੋ ਜਾਂਦੀ ਹੈ। ਚਾਹੇ ਅਸੀਂ ਉਹਨੂੰ ਲਾਲਚ ਨਾ ਕਹੀਏ, ਹਰੇਕ ਇਨਸਾਨ ਐਕਸਪੈਕਟ ਕਰਦਾ ਜੀ ਆਪਦੀ ਲਾਈਫ ਬੈਟਰ ਹੋਵੇ। ਜੇ ਉਹ ਮੁੰਡੇ ਦੀ ਮੈਂ ਗੱਲ ਕਰਦਾ, ਚਲੋ ਪਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ 'ਚ ਰੱਖੇ। ਹੁਣ ਮੁੰਡੇ ਦੀ ਐਕਸਪੈਕਟੇਸ਼ਨ ਸੀਗੀ ਕਿ ਮੈਂ ਕੈਨੇਡਾ ਜਾਊਂਗਾ, ਸੈਟਲ ਹੋਊਂਗਾ, ਆਪਣੀ ਵਾਈਫ ਨਾਲ ਰਹੂੰਗਾ, ਠੀਕ ਹੈ, ਆਪਣੀ ਫੈਮਿਲੀ ਅੱਗੇ ਵਧਾਊਂਗਾ, I will be in more advanced world and helping my parents back। ਤੇ ਮੇਰੀ ਜਿਹੜੀ ਫੈਮਿਲੀਜ਼ ਮੈਂਬਰਸ ਨੇ, ਦੋਸਤ ਨੇ, ਮਿੱਤਰ ਨੇ, ਮੈਂ ਸਾਰਿਆਂ ਨੂੰ ਸਪੋਰਟ ਕਰਾਂਗਾ। ਹਰੇਕ ਇਨਸਾਨ ਦਾ ਇਹੀ ਡਾਈਮੈਂਸ਼ਨ ਹੁੰਦੀ ਹੈ। ਉਹ ਖਰੇ ਤੇ ਨਹੀਂ ਉਤਰ ਸਕੇ, ਠੀਕ ਹੈ। ਹੁਣ ਤੁਸੀਂ ਸੋਚੋ ਉੱਤੇ ਕਿੰਨੇ ਫੈਕਟਰ ਰਹੇ ਹੋਣਗੇ ਕਿ ਦੈਟ ਲੀਡਸ ਟੂ ਅ ਸੁਸਾਈਡਲ ਲੈਵਲ। ਹੁਣ ਉਹਦੇ 'ਚ ਮਾਂ ਪਿਓ ਨੇ ਕੀ ਵਾਚ ਨਹੀਂ ਕੀਤਾ, ਉਹਦੇ ਦੋਸਤ ਮਿੱਤਰਾਂ ਨੇ ਵਾਚ ਨਹੀਂ ਕੀਤਾ, ਕੀ ਉਹ ਆਪਣੇ ਆਪ ਨੂੰ ਸੈਕੰਡਰੀ ਥਾਟ ਦੇ ਸਕਦਾ ਸੀ? ਇਹ ਸਾਰੇ ਕਨਸੈਪਟ ਆ ਜਾਂਦੇ ਆ, ਠੀਕ ਹੈ ਨਾ ਜੀ। ਵੀ ਇੰਨੇ ਡਰੈਸਟਿਕ ਸਟੈਪ ਤੱਕ ਪਹੁੰਚਣ, ਇੱਕ ਆਮ ਜਿਹੜੀ ਯੂਥ ਵਰਗ ਹੈ
ਫੁੱਲ ਆਫ એનર્ਜੀ ਆਪਾਂ ਉਹਨੂੰ ਕਹਿੰਦੇ ਆ, ਤੇ ਉਹਦੀ એનર્ਜੀ ਡਾਈਵਰਸਿਫਿਕੇਸ਼ਨ ਕੀ ਆਪਾਂ ਸਪਿਰਚੁਅਲ ਸਾਈਡ ਕਰ ਸਕਦੇ ਸੀ, ਫੈਮਿਲੀ ਸਾਈਡ ਕਰ ਸਕਦੇ ਸੀ, ਉਹਨੂੰ ਐਡਰੈਸ ਕਰਦੇ ਇਸ਼ੂਜ਼ ਨੂੰ। ਹੋ ਸਕਦਾ ਇੱਕ ਕਨਸੈਪਟ ਇਹ ਹੁੰਦਾ ਕਿ ਮਾਂ ਪਿਓ ਨੂੰ ਪਤਾ ਹੀ ਨਾ ਲੱਗਿਆ ਹੋਵੇ ਕਿ ਇੰਨੀ ਵੱਡੀ ਜਾਂ ਉਹ ਅੰਦਰ ਹੀ ਪੀ ਗਿਆ। ਦੂਜੇ ਪਾਸੇ ਹੁਣ ਜੇ ਆਪਾਂ ਕੁੜੀ ਵਾਲੇ ਲੈਵਲ ਤੇ ਆ ਜੰਨੇ ਆ ਜੀ, ਉੱਥੇ ਵੀ ਸੈਵਰਲ ਕਨਸੈਪਟ ਨੇ। ਕੁੜੀ ਕਹੂਗੀ ਕਿ ਵੀ ਮੈਂ ਕਰ ਰਹੀ ਸੀਗੀ, ਮੈਂ ਟਾਈਮ ਨਹੀਂ ਦੇ ਸਕਦੀ ਸੀ, ਮੈਂ ਕੰਮ ਤੇ ਨਹੀਂ ਦੇ ਸਕਦੀ ਸੀ, ਠੀਕ ਹੈ। ਹਰ ਚੀਜ਼ ਦਾ ਇੱਕ ਜੈਨੂਇਨ ਰਸਤਾ ਹੈ, ਉਹਨੂੰ ਅਸੈਸ ਕਰਨ ਦੇ। ਕਈ ਵਾਰ ਰਿਲੇਸ਼ਨਸ ਦੇ ਵਿੱਚ ਕੀ ਹੈ ਸਰ, ਪੇਸ਼ੈਂਸ ਇੰਪੋਰਟੈਂਟ ਕੀ ਹੁੰਦੀ ਹੈ, ਤੁਸੀਂ ਕੀ ਨੂੰ ਕਿੰਨੀ ਕੁ ਦੇਰ ਤੱਕ ਚਲਾ ਸਕਦੇ ਹੋ, ਠੀਕ ਹੈ ਜੀ। ਹੁਣ ਜਦੋਂ ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਐਸਪੈਕਟ ਤੋਂ ਮੈਂ ਬੋਲਦਾ, ਇਹਨੂੰ ਕਵਰ ਕਰਦਾ, ਸਪਾਊਸ ਕਿਤੇ ਵੀ ਕਿਸੇ ਨੂੰ ਨੌਨ ਕੰਪਨੀ ਕਰਕੇ ਆਪਣੀ ਪੀਆਰ ਨਹੀਂ ਲੈ ਸਕਦੇ ਅੰਟਿਲ ਅਨਲੈਸ ਜੇ ਉਹ ਨੌਨ ਕੰਪਨੀ ਕਰਦੇ ਆ ਤਾਂ ਇਮੀਗ੍ਰੇਸ਼ਨ ਨੂੰ ਰੀਜ਼ਨ ਦੇਣਾ ਪੈਂਦਾ। ਮੈਡੀਕਲਸ ਇਨਵੋਲਡ ਨੇ, ਉਹਨਾਂ ਦੇ ਪੀਸੀਸੀਜ਼ ਇਨਵੋਲਡ ਨੇ, ਠੀਕ ਹੈ। ਜੇ ਉਹ ਡਾਕੂਮੈਂਟ ਅਵੇਲੇਬਲ ਨਹੀਂ ਹੈਗੇ, ਇਟ ਹੈਜ਼ ਟੂ ਗੋ ਇਨਟੂ ਡੈਕਲੇਰੇਸ਼ਨ। ਸੋ ਅ ਪਰਸਨ, ਦੇਖੋ ਜਿਹੜਾ ਵੀ ਐਪਲੀਕੈਂਟ ਬਣਨਾ ਚਾਹੁੰਦਾ ਨਾ ਸਪਾਊਸ ਦੇ ਬੇਸ ਤੇ, ਉਹਨੂੰ ਆਪਣੀ ਸਾਰੀ ਚੀਜ਼ਾਂ ਸਮਝਣ ਦੀ ਜ਼ਰੂਰਤ ਹੈ ਵੀ ਮੈਂ ਕੀ ਚੀਜ਼ਾਂ ਪੂਰੀਆਂ ਕਰਨੀਆਂ, ਕਿਸ ਤਰੀਕੇ ਨਾਲ ਐਪਲੀਕੈਂਟ ਮੈਂ ਹੋਊਂਗਾ। ਬੜੇ ਆਰਾਮ ਨਾਲ ਕਹਿੰਦੇ ਜੀ ਕੁੜੀ ਨੇ ਸੱਦਿਆ ਨਹੀਂ, ਮੁੰਡੇ ਨੇ ਸੱਦਿਆ ਨਹੀਂ। ਸੱਦਣ ਵਾਲਾ ਜਿਹੜਾ ਕੰਮ ਹੈ ਜੀ ਉਹ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਇਨਵੋਲਡ ਹੈ। ਸਪਾਂਸਰਸ਼ਿਪ ਆਪਾਂ ਜਿਹਨੂੰ ਕਹਿੰਦੇ, ਮੈਂ ਆਪਣੇ ਪੇਰੈਂਟਸ ਨੂੰ ਸੱਦਿਆ, ਮੈਂ ਆਪਣੀ ਘਰ ਵਾਲੀ ਨੂੰ ਸੱਦਿਆ, ਮੈਂ ਆਪਦੇ ਬੱਚਿਆਂ ਨੂੰ ਸੱਦਿਆ। ਸੱਦਣ ਵਾਲਾ ਕੰਮ ਵਿਜ਼ਟਰ ਦੇ ਵਿੱਚ ਸਿਰਫ ਕੀ ਹੈ ਕਿ ਆਪਾਂ ਇੱਕ ਇਨਵੀਟੇਸ਼ਨ ਦਿੰਦੇ ਆ। ਚਾਹੇ ਮੈਨੂੰ ਕਈ ਲੋਕ ਕਹਿਣਗੇ ਵੀ ਅਸੀਂ ਕਿਹਨੂੰ ਇਨਵਾਈਟ ਕਰ ਸਕਦੇ, ਮੈਂ ਕਿਹਾ ਪਿੰਡ 'ਚ ਜਿਹਨੂੰ ਮਰਜ਼ੀ ਕਹਿ ਦਿਓ ਤੁਸੀਂ ਵੀ ਇਹ ਮੇਰਾ ਦੋਸਤ ਹੈ, ਇਹ ਮੈਨੂੰ ਵਿਜ਼ਿਟ ਕਰਨ ਆਊਗਾ, ਜਾਂ ਇਹ ਮੇਰਾ ਰਿਸ਼ਤੇਦਾਰ ਹੈ, ਇਹ ਮੈਨੂੰ ਵਿਜ਼ਿਟ ਕਰਨ ਆਊਗਾ। ਇਟਸ ਇਨਵੀਟੇਸ਼ਨ, ਠੀਕ ਹੈ, ਉਹਨਾਂ ਦੀ ਵਿਜ਼ਿਟ ਨੂੰ ਸਪੋਰਟ ਕਰਨ ਲਈ। ਲੇਕਿਨ ਜੇ ਤੁਸੀਂ ਕਹੋ ਕਿ ਮੈਂ ਉਹਨੂੰ ਸੱਦ ਕੇ ਮੇਰੀ ਜ਼ਿੰਮੇਵਾਰੀ ਹੈ, ਉਹ ਤੁਹਾਡੀ ਫੈਮਿਲੀ ਜਿਹੜੀ ਆਪਾਂ ਸਪਾਂਸਰਸ਼ਿਪ ਕਹਿੰਦੇ ਆ, ਚਾਹੇ ਉਹ ਪੇਰੈਂਟਸ ਨੂੰ ਲੈ ਕੇ ਆ, ਗ੍ਰੈਂਡ ਪੇਰੈਂਟਸ ਨੂੰ ਲੈ ਕੇ ਆ, ਤੁਹਾਡੇ ਬੱਚਿਆਂ ਨੂੰ ਲੈ ਕੇ ਆ, ਤੁਹਾਡੇ ਸਪਾਊਸ ਨੂੰ ਲੈ ਕੇ, ਠੀਕ ਹੈ ਨਾ ਸਰ। ਸੋ ਹੁਣ ਐਪਲੀਕੈਂਟ ਟੈਂਪਰੇਰੀ ਐਪਲੀਕੇਸ਼ਨਸ ਦੇ ਵਿੱਚ ਜਿਨ੍ਹਾਂ ਦੀ ਵੀ ਐਪਲੀਕੇਸ਼ਨ ਲੱਗ ਰਹੀ ਹੈ, ਉਹਨਾਂ ਨੂੰ ਕਨਸੈਪਟ ਸਮਝਣ ਦੀ ਜ਼ਰੂਰਤ ਹੈ। ਲੈਟਸ ਸੇ ਕੁਝ ਗਲਤ ਹੋ ਰਿਹਾ, ਆਪਾਂ ਦੂਜੇ ਪਾਸੋਂ ਗੱਲ ਕਰਦੇ ਹਾਂ, ਤੁਸੀਂ ਆਪਾਂ ਟੌਪਿਕ ਹੀ ਹੋ ਕਰ ਰਹੇ ਹੋ, ਤੁਸੀਂ ਐਨਾਲਾਈਜ਼ ਕਰ ਲਿਆ ਵੀ ਸਮਥਿੰਗ ਇਜ਼ ਹੈਪਨਿੰਗ ਰੋਂਗ, ਠੀਕ ਹੈ ਨਾ ਜੀ। ਫਿਰ ਥੋੜੀ ਪੇਸ਼ੈਂਸ ਰੱਖ ਕੇ ਕਿ ਵੀ ਉਹਦੇ ਕੀ ਤੁਸੀਂ ਡਿਊ ਕੰਸਲਟੇਸ਼ਨਸ ਲਓ ਕਾਉਂਸਲਸ ਤੋਂ। ਹੁਣ ਕਾਉਂਸਲ ਦਾ ਰੋਲ ਹੋਰ ਵੱਡਾ ਹੋ ਜਾਂਦਾ। ਕਾਉਂਸਲ ਵਰਡ ਮੈਂ ਉਹਨੂੰ ਏਜੰਟ ਕਹਿ ਦਿੰਦਾ, ਠੀਕ ਹੈ, ਕਾਉਂਸਲ ਅਸੀਂ ਇੱਥੋਂ ਦੀ ਵਰਡ 'ਚ ਯੂਜ਼ ਕਰਦੇ ਹਾਂ, ਇੰਡੀਆ ਵੀ ਕਹਿ ਸਕਦੇ ਹਾਂ। ਜਿਹੜੇ ਵੀ ਤੁਸੀਂ ਰਿਪਰੈਜ਼ੈਂਟੇਟਿਵ ਚੁਣਦੇ ਹੋ ਨਾ ਜੀ, ਉਹ ਲਾਇਸੈਂਸ ਹੈਗੇ ਕਿ ਨਹੀਂ, ਉਹ ਉਦਾਂ ਦੀ ਪ੍ਰੈਕਟਿਸ 'ਚ ਇਨਵੋਲਵ ਹੈਗੇ ਨਹੀਂ, ਪਹਿਲਾਂ ਉਹਨਾਂ ਨੇ ਉਦਾਂ ਦੇ ਕੇਸਿਸ ਕੀਤੇ ਹੈਗੇ ਨਹੀਂ, ਇਹ ਡਿਊ ਡਿਲੀਜੈਂਸ ਹੋ ਗਈ ਨਾ ਜੀ। ਤੁਸੀਂ ਕਿਸੇ ਨੂੰ ਵੀ ਜਦੋਂ ਵੀ ਰਿਪਰੈਜ਼ੈਂਟੇਟਿਵ ਚੁਣਦੇ ਹੋ, ਤੁਸੀਂ ਉਹਦੀ ਡਿਊ ਡਿਲੀਜੈਂਸ ਕਰੋ, ਉਹਨਾਂ ਦੀ ਕ੍ਰਾਸ ਰੈਫਰੈਂਸ ਚੈੱਕ ਕਰੋ, ਹਾਊ ਦੇ ਆਰ ਆਪਰੇਟਿੰਗ, ਠੀਕ ਹੈ, ਲਾਇਸੈਂਸ ਹੋਲਡਰ ਹੈਗੇ ਨੇ, ਕਿੰਨੇ ਕੋ ਆਨਸਰੇਬਲ ਨੇ, ਕਿੰਨੇ ਕੋ ਲਾਇਬਿਲਿਟੀ ਹੋਲਡ ਕਰਦੇ ਨੇ, ਠੀਕ ਹੈ ਜੀ, ਕਿੱਦਾਂ ਦੀ ਉਹਨਾਂ ਦੀ ਟੀਮ ਹੈ, ਕਿੱਦਾਂ ਤੁਸੀਂ ਉਹਨਾਂ ਨੂੰ ਰੀਚ ਕਰ ਸਕਦੇ ਹੋ। ਇਹ ਸਾਰੇ ਡਿਊ ਡਿਲੀਜੈਂਸ ਦੇ ਪਾਰਟ ਨੇ ਜੀ, ਤੁਸੀਂ ਇਹਨੂੰ ਕੰਟਰੋਲ ਕਰ ਲਓ। ਫਿਰ ਸਰ ਇਹ ਤਾਂ ਹੋ ਗਈਆਂ ਕਿਤਾਬੀ ਗੱਲਾਂ। ਅਸਲੀ ਜਿਹੜਾ ਕੰਮ ਸ਼ੁਰੂ ਹੁੰਦਾ ਉਹ ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦਾ। ਫੈਮਿਲੀ ਇਜ਼ ਦਾ ਫਸਟ ਸਟੈਪ ਇਨ ਦਾ ਸੋਸ਼ਲਾਈਜੇਸ਼ਨ ਪ੍ਰੋਸੈਸ। ਇਹ ਕਲੀਅਰਲੀ ਡਿਫਾਈਨਡ ਟਰਮ ਹੈ। ਫੈਮਿਲੀ ਜਦੋਂ ਵੀ ਕੋਈ ਵੀ ਮੈਰਿਜ ਹੁੰਦੀ ਹੈ ਤਾਂ ਉਹ ਦੋ ਪਰਿਵਾਰਾਂ ਦਾ ਮਿਲਣ ਤਾਂ ਹੀ ਕਿਹਾ ਜਾਂਦਾ ਕਿ ਵੀ ਉਹਦੇ 'ਚ ਫੈਮਿਲੀ ਰੂਟਸ ਗੈਟ ਟੂਗੈਦਰ ਔਨ ਅ ਕਾਮਨ ਕਾਜ਼। ਵੀ ਤੁਸੀਂ ਇੱਕ ਜਿਹੜਾ ਫੀਮੇਲ ਹੈ ਜਾਂ ਮੇਲ ਕੈਂਡੀਡੇਟ ਹੈ, ਉਹ ਆਪਣੀ ਜ਼ਿੰਦਗੀ ਅੱਗੇ ਕਿਵੇਂ ਗੁਜ਼ਾਰਨਗੇ, ਉਹਨਾਂ ਲਈ ਦੋ ਪਰਿਵਾਰ ਮਿਲ ਕੇ ਉਹਨਾਂ ਦੇ ਬੈਟਰ ਭਵਿੱਖ ਲਈ ਟਾਰਗੇਟ ਕਰਦੇ ਨੇ। ਵੀ ਹਰੇਕ ਦੀ ਬਲੈਸਿੰਗਸ ਹੁੰਦੀਆਂ ਨੇ ਉਹਦੇ 'ਚ ਇਨਵੋਲਵ। ਸੋ ਹੁਣ ਇਸ ਕੇਸ ਦੇ ਵਿੱਚ ਪਰਿਵਾਰਾਂ ਦਾ ਰੋਲ ਵੀ ਇੰਪੋਰਟੈਂਟ ਹੋ ਜਾਂਦਾ। ਕਿ ਪੈਸਾ ਲਾਉਣਾ ਮੋਰ ਦੈਨ ਇਨਫ ਹੈ। ਇੱਕ ਬੱਚਾ ਆਪਾਂ ਵਿਆਹਿਆ, ਠੀਕ ਹੈ ਜੀ, ਉਹ ਬੱਚਾ ਆਪਣੇ ਘਰ ਦਾ ਮੈਂਬਰ ਬਣ ਗਿਆ, ਚਾਹੇ ਉਹ ਫੀਮੇਲ ਆਇਆ ਚਾਹੇ ਮੇਲ ਆਇਆ। ਨੋਰਮਲੀ ਆਪਣੇ ਕਲਚਰ 'ਚ ਵੀ ਨਹੀਂ ਕਹਿੰਦੇ, ਨੋਰਮਲੀ ਇਹੀ ਹੁੰਦਾ ਕਿ ਫੀਮੇਲ ਹੀ ਆਉਂਦੀ ਹੈ ਅਤੇ ਮੁੰਡਿਆਂ ਵੱਲੋਂ ਸਪੋਰਟ ਹੁੰਦੀ ਹੈ। ਲੇਕਿਨ ਮੇਰੇ ਕੋਲ ਕਈ ਕੇਸਿਸ ਇੱਦਾਂ ਦੇ ਵੀ ਨੇ ਕਿ ਜਿਹੜੇ ਪੈਸੇ ਬਾਅਦ 'ਚ ਵੀ ਕੁੜੀਆਂ ਵਾਲਿਆਂ ਨੇ ਲਾਏ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਕਿ ਤੇ ਮੈਂ ਇਹ ਨਹੀਂ ਕਹਿੰਦਾ ਕਿ ਇਟਸ ਅ ਕੰਟਰੈਕਚੁਅਲ ਥਿੰਗ ਵੀ ਆਪਾਂ ਕੰਟਰੈਕਟ ਕਰਕੇ ਸ਼ਰਤਾਂ ਰੱਖ ਕੇ ਤੇ ਆਹ ਕੰਮ ਕਰੀਏ, ਜ਼ਰੂਰੀ ਨਹੀਂ ਹੈ ਸਰ। ਲੈਟਸ ਸੇ ਕਈ ਵਾਰ ਕੀ ਹੁੰਦਾ ਕਿ ਮੁੰਡਾ ਇੰਨਾ ਕੁ ਕਾਬਲ ਹੈਗਾ ਲੇਕਿਨ ਫਾਈਨੈਂਸ਼ੀਅਲੀ ਕੈਪੇਬਲ ਨਹੀਂ। ਕੁੜੀ ਦੇ ਜਿਹੜਾ ਬਾਪ ਆਪਦੀ ਧੀ ਦਿੰਦਾ ਨਾ ਜੀ, ਉਹ ਆਪਦਾ ਜਿਗਰਾ ਕੱਢ ਕੇ ਦਿੰਦਾ ਇੱਕ ਤਰੀਕੇ ਨਾਲ, ਸਮਝੇਗਾ। ਹੁਣ ਜੇ ਉਹ ਮੁੰਡਾ ਇੰਨਾ ਕੁ ਕਾਬਲ ਹੈਗਾ ਲੇਕਿਨ ਫਾਈਨੈਂਸ਼ੀਅਲੀ ਉਹ ਕਾਬਲ ਨਹੀਂ ਹੈਗਾ ਤੇ ਕੁੜੀ ਲਈ ਉਹ ਬੈਸਟ ਸੂਟੇਬਲ ਮੈਚ ਮੰਨਦਾ ਇੱਕ ਬਾਬਲ। ਕੀ ਪੈਸੇ ਬਾਪ ਕੁੜੀ ਦਾ ਪਿਆ ਨਹੀਂ ਲਾ ਸਕਦਾ ਹੁੰਦਾ, ਇਟਸ ਪਾਰਟ ਆਫ ਸੋਸਾਇਟੀ। ਸੋ ਲੇਕਿਨ ਉਹੀ ਨਾ ਜੀ, ਤੇ ਨੀਅਤ ਸਾਫ਼ ਹੋਵੇ। ਮੈਂ ਇਹੀ ਗੱਲ ਕਹੀ ਨਾ ਸਰ ਕਿ ਫਿਰ ਉਹੀ ਗੱਲ ਹੈ ਨਾ ਜੀ, ਜੇ ਆਪਾਂ ਕਹੀਏ ਕਿ ਵੀ ਸਾਰੇ ਪੈਸੇ ਮੁੰਡੇ ਵਾਲੇ ਨੇ ਲਾ ਕੇ ਕੁੜੀ ਵਾਲੇ ਨੂੰ ਸੈਟਲ ਕਰਤਾ, ਇਹ ਵੀ ਸਾਰੇ ਕੇਸਾਂ 'ਚ ਲਾਗੂ ਨਹੀਂ ਹੁੰਦਾ। ਕਈ ਕੇਸਾਂ 'ਚ ਕੁੜੀਆਂ ਵਾਲੇ ਪਹਿਲਾਂ ਤੁਸੀਂ ਕਿੰਨੇ ਕੇਸ ਦੇਖੇ ਹੋਣਗੇ ਜੀ ਕਿ ਵੀ ਕੁੜੀਆਂ ਇੰਡੀਆ ਅੱਜ ਵੀ ਹੋ ਰਿਹਾ
NRI ਸੈਂਟਰ ਬਣੇ ਐਸੇ, ਵਿਆਹ ਕਰਾ ਕੇ ਮੁੰਡੇ ਆ ਗਏ ਤੇ ਕੁੜੀਆਂ ਉੱਥੇ ਹੀ ਬੈਠੀਆਂ ਨੇ, ਪਰਿਵਾਰ ਹੋ ਗਏ, ਬੱਚੇ ਪਿੱਛੇ ਨੇ, ਇੱਥੇ ਡਬਲ ਮੈਰਿਜਸ ਹੋ ਗਈਆਂ, ਪੋਲੀਗੈਮੀ ਹੋ ਗਈ। ਮਤਲਬ ਦੇਰ ਆਰ ਸੈਵਰਲ ਥਿੰਗਸ। ਇਹਦੇ 'ਚ ਹੁਣ ਕਰਨ ਵਾਲਾ ਐਸਪੈਕਟ ਕੀ ਹੈ, ਜਿਹੜਾ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਉਹ ਇਹੀ ਹੈ, ਜਦੋਂ ਵੀ ਤੁਸੀਂ ਮੈਰਿਜ ਦੇ ਵਿੱਚ ਐਂਟਰ ਹੋਣਾ, ਮੈਰਿਜ ਇਜ਼ ਯੋਰ ਫਸਟ ਕਨਸੈਪਟ, ਪ੍ਰਾਇੋਰਟੀ। ਉਸ ਤੋਂ ਬਾਅਦ ਤੁਸੀਂ ਬੱਚਾ ਵਿਆਹ ਕਰਕੇ ਆ ਗਿਆ, ਤੁਸੀਂ ਉਹ ਤੋਂ ਇਮੀਗ੍ਰੇਸ਼ਨ ਟਾਰਗੇਟ ਕਰਦੇ ਹੋ, ਤੁਸੀਂ ਉਹ ਤੋਂ ਫੈਮਿਲੀ ਪਲਾਨ ਕਰਦੇ ਹੋ, ਤੁਸੀਂ ਉਹ ਤੋਂ ਫਾਈਨੈਂਸ਼ੀਅਲੀ, ਹੁਣ ਜੌਬ ਕਰਦੇ ਵੀ ਤਾਂ ਹੋ ਸਕਦੇ ਨੇ, ਫਾਈਨੈਂਸ਼ੀਅਲੀ ਉਹਨਾਂ ਨੂੰ ਸੋਚਦੇ ਹੋ। ਇਹ ਤੁਸੀਂ ਪਰਿਵਾਰਕ ਤੌਰ ਤੇ ਡਿਸਾਈਡ ਕਰਨਾ। ਪਰਿਵਾਰਕ ਤੌਰ ਤੇ ਡਿਸਾਈਡ ਹੋ ਗਿਆ ਨਹੀਂ ਜੀ ਵੀ ਕੁੜੀ ਨੂੰ ਅਸੀਂ ਪੈਸੇ ਲਾ ਕੇ ਕੈਨੇਡਾ ਭੇਜਾਂਗੇ, ਅਮਰੀਕਾ ਭੇਜਾਂਗੇ, ਇੰਗਲੈਂਡ ਭੇਜਾਂਗੇ, ਆਸਟ੍ਰੇਲੀਆ ਭੇਜਾਂਗੇ, ਨਿਊਜ਼ੀਲੈਂਡ, there it could be any place in the world। ਫਿਰ ਇਹ ਸਭ ਐਕਸ਼ਨ ਕਰਨ ਤੋਂ ਪਹਿਲਾਂ ਤੁਸੀਂ ਡਿਊ ਡਿਲੀਜੈਂਸ ਕਰੋ ਕਿ ਵੀ ਸਾਡਾ ਬੱਚਾ ਕਿਵੇਂ ਸੈੱਟ ਹੋਊਗਾ, ਕਿੰਨੀ ਟਾਈਮਲਾਈਨ ਇਨਵੋਲਵ ਹੈ, ਕਿਹੜੀਆਂ ਪ੍ਰੋਸੈਸਿਸ ਇਨਵੋਲਵ ਹੈ। ਦੈਨ ਚੂਜ਼ ਦ ਪ੍ਰੋਪਰ। ਜਦੋਂ ਇਹ ਸਾਰਾ ਕੁਝ ਤੁਸੀਂ ਹੋਮਵਰਕ ਕਰ ਲਿਆ, ਅਲੱਗ-ਅਲੱਗ ਇਨਫੋਰਮੇਸ਼ਨ ਸੈਂਟਰ ਨੇ, ਵੈਬਸਾਈਟ ਅਵੇਲੇਬਲ ਹੈ, YouTube ਤੇ ਸਭ ਕੁਝ ਅਵੇਲੇਬਲ ਹੈ, Facebook ਤੇ ਸਭ ਕੁਝ। ਆਪਾਂ ਇਹ ਨਹੀਂ ਕਹਿ ਸਕਦੇ, ਲੇਕਿਨ ਜੇ ਆਪਾਂ ਫਿਰ ਉਹਦੇ 'ਚ ਗੱਲਾਂ ਨੇ ਵੀ ਯਾਰ ਅਸੀਂ ਉਹਨੇ ਪੜ੍ਹੇ ਲਿਖੇ ਨਹੀਂ ਸੀ ਜੀ, ਸਾਨੂੰ ਪਤਾ ਨਹੀਂ ਸੀਗਾ ਜੀ, ਠੀਕ ਹੈ, ਤੁਸੀਂ ਕਿਸੇ ਕਾਉਂਸਲ ਦੀ ਹੈਲਪ ਲਓ, ਤੁਸੀਂ ਉਹਨੂੰ ਕ੍ਰਾਸ ਚੈੱਕ ਕਰੋ, ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਪਲਾਨ ਕਰੋ, ਫਿਰ ਮਨੀ ਇਨਵੋਲਵ ਕਰੋ। ਪਰ ਕਈ ਵਾਰੀ ਤਾਂ ਕਾਉਂਸਲ ਹੀ ਇਹਨਾਂ ਨੂੰ ਸੁਜੈਸਟ ਕਰਦੇ ਨਾ ਵੀ ਤੁਸੀਂ ਵੀ ਇਸ ਤਰ੍ਹਾਂ ਮੁੰਡਾ ਭੇਜਣਾ ਹੈ ਤੇ ਤੁਸੀਂ ਇਸ ਤਰ੍ਹਾਂ ਕੁੜੀ ਇੱਕ ਜਾ ਰਹੀ ਹੈ, ਉਹਨੂੰ ਪੈਸੇ ਖਰਚ ਦਿਓ, ਉਹਨੂੰ ਫੀਸ ਜਮ੍ਹਾਂ ਕਰਾ ਦਿਓ, ਲੜਕੀ ਚੱਲ ਜੂ। ਵੇਖਿਆ ਜਾਵੇ ਤੇ ਵੀ ਇਟ ਵਾਜ਼ ਨਾਟ ਅ ਮੈਰਿਜ, ਇਟ ਵਾਜ਼ ਕੰਟਰੈਕਟ ਓਨਲੀ। ਸਰ ਉਹਦੇ 'ਚ ਫਿਰ ਇਹੀ ਹੈ ਨਾ ਜੀ, ਹੁਣ ਆਪਾਂ ਜੇ ਪ੍ਰੋਸੈਸ ਆਫ ਰਿਸਕ ਅਸੈਸਮੈਂਟ ਦੇਖਦੇ ਹਾਂ, ਪਹਿਲਾ ਅਸੈਸਮੈਂਟ ਕੀ ਹੈ ਜੀ, ਤੁਸੀਂ ਵੈਲਿਊਏਸ਼ਨ ਕਰਨੀ ਹੈ। ਹੁਣ ਉਹਦੇ 'ਚ ਕਿਹਦੀ ਗਲਤੀ ਕਰੋਗੇ? ਦੋਨੋਂ ਤੇ ਗਲਤ ਹੋ ਗਏ ਨਾ ਜੀ। ਫਸਟ ਜਿਨ੍ਹਾਂ ਨੇ ਵਿਆਹ ਕੀਤਾ ਜਾਂ ਜਿਨ੍ਹਾਂ ਨੇ ਵਿਆਹ ਕਰਾਇਆ, ਦੋਨੋਂ ਤੇ ਰੋਂਗ ਹੋ ਗਏ ਉੱਥੇ, ਕਿਉਂਕਿ ਦੋਨਾਂ ਦਾ ਜਿਹੜਾ ਗੋਲ ਸੀਗਾ ਉਹ ਨੋਬਲ ਨਹੀਂ ਸੀਗਾ। ਦੋਨਾਂ ਨੇ ਫਾਇਦੇ ਲੈਂਦੇ ਨੇ, ਉਹਨਾਂ ਨੂੰ ਫਾਈਨੈਂਸ਼ੀਅਲ ਦੇ ਹੋਗੇ, ਏ ਬੋਡੀ ਨੂੰ ਫਾਈਨੈਂਸਿਸ ਚਾਹੀਦੇ ਸੀ, ਬੀ ਬੋਡੀ ਨੂੰ ਇਮੀਗ੍ਰੇਸ਼ਨ ਚਾਹੀਦੀ ਸੀ, ਠੀਕ ਹੈ ਜੀ। ਵਰਕਆਊਟ ਜਦੋਂ ਤੱਕ ਕਰੀ ਜਾਂਦਾ, ਨਹੀਂ ਕਰਦਾ ਤਾਂ ਫਿਰ ਬਸ ਖਤਮ, ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ। ਲੇਕਿਨ ਗੱਲ ਇਹੀ ਹੈ ਨਾ ਜੀ, ਫਿਰ ਇਹਦੇ 'ਚ ਆਪਾਂ ਕਹੀਏ ਕਿ ਵੀ ਇਮੀਗ੍ਰੇਸ਼ਨ ਦੀ ਵਾਚ ਕਿੱਥੇ ਆ? ਜੇ ਆਪਾਂ ਇਕੱਲੇ ਹੈਪਨ ਤਾਂ ਹੋ ਰਿਹਾ ਨਾ ਜੇ ਸਿਸਟਮ ਅਲਾਉ ਕਰ ਰਿਹਾ। ਸਿਸਟਮ ਦਾ ਤਾਂ ਕੀ ਹੈ ਕਿ ਉਹਨਾਂ ਨੇ ਆਪਣਾ ਪੋਜ਼ਿਟਿਵ ਐਸਪੈਕਟ ਲੈ ਕੇ ਇਹ ਚੀਜ਼ਾਂ ਅਲਾਉ ਕੀਤੀਆਂ ਤੇ ਕਰਨਗੇ ਵੀ, ਠੀਕ ਹੈ ਨਾ ਜੀ। ਉਹਨਾਂ ਤੇ ਡਾਕੂਮੈਂਟ ਪੂਰੇ ਆ, ਹਾਂਜੀ, ਉਹਨਾਂ ਨੂੰ ਕੁੜੀ ਦਾ ਆਇਲ ਸਕੋਰ ਹੈਗਾ ਜੀ, ਆ ਹੈਗਾ, ਉਹਨਾਂ ਤੇ ਇਨਵੀਟੇਸ਼ਨ ਦਿੱਤੀ, ਹਾਂਜੀ। ਸੋ ਉਹਨਾਂ ਦੇ ਡਾਕੂਮੈਂਟ ਪੂਰੇ ਆ, ਬਿਲਕੁਲ। ਸੋ ਇਹਦੇ 'ਚ ਹੁਣ ਇਹੀ ਹੈ, ਕੋਈ ਵੀ ਸਪਾਊਸ ਜੇ ਐਪਲੀਕੈਂਟ ਹੈਗਾ ਜੀ, ਅਸੀਂ ਅਗੇਨ ਅਰਜ ਕਰਦੇ ਹਾਂ ਤੁਸੀਂ ਆਪਦੀ ਡਿਊ ਡਿਲੀਜੈਂਸ ਜ਼ਰੂਰ ਕਰੋ। ਆਪਣਾ ਏਜੰਟ, ਕਾਉਂਸਲ, ਰਿਪਰੈਜ਼ੈਂਟੇਟਿਵ ਜਿਹੜਾ ਵੀ ਆਥੋਰਾਈਜ਼ਡ ਹੈਗੇ ਆ, ਉਹ ਲਾਇਸੈਂਸ ਹੋਲਡਰ ਨੇ, ਲਾਇਰ ਨੇ, ਇਮੀਗ੍ਰੇਸ਼ਨ ਕੰਸਲਟੈਂਟਸ ਨੇ, ਰਜਿਸਟਰਡ ਹੈਗੇ ਆ ਜਿਹੜੇ ਕਿ ਕੱਲ੍ਹ ਨੂੰ ਲਾਇਬਲ ਹੋ ਸਕਦੇ, ਤੁਸੀਂ ਉਹਨਾਂ ਨੂੰ ਚੁਣੋ, ਠੀਕ ਹੈ ਜੀ। ਆਪਦੀ ਡਿਊ ਡਿਲੀਜੈਂਸ ਕਰੋ। ਪਰਿਵਾਰਕ ਜਿਹੜੀ ਪੁਰਾਣੇ ਟਾਈਮ ਦੇ ਵਿੱਚ ਕਲਚਰ ਚੱਲਦੇ ਸੀ, ਕ੍ਰਾਸ ਰੈਫਰੈਂਸਿਸ ਆਫ ਦਾ ਫੈਮਲੀਜ਼, ਉਹਨੂੰ ਜ਼ਰੂਰ ਅਡਾਪਟ ਕਰੋ, ਠੀਕ ਹੈ ਜੀ। ਮੈਰਿਜ ਨੂੰ ਸਭ ਤੋਂ ਪਹਿਲਾਂ ਪ੍ਰਾਇੋਰਟਾਈਜ਼ ਕਰੋ, ਉਸ ਤੋਂ ਬਾਅਦ ਇਮੀਗ੍ਰੇਸ਼ਨ ਲਿੰਕ ਹੋਣਾ ਚਾਹੀਦਾ। ਫਿਰ ਜਿੰਨੇ ਪੈਸੇ ਜਾਂ ਫਾਈਨੈਂਸਿਸ ਇਨਵੋਲਵਡ ਨੇ ਉਹਦੀ ਵੀ ਡਿਊ ਕੰਸੈਂਟਰੇਸ਼ਨ ਹੋਣੀ ਜ਼ਰੂਰੀ ਹੈ ਕਿ ਅਸੀਂ ਆਊਟ ਆਫ ਕੈਪੈਸਿਟੀ ਤਾਂ ਨਹੀਂ ਜਾ ਰਹੇ। ਜੇ ਬਾਈ ਚਾਂਸ ਕੱਲ੍ਹ ਨੂੰ ਇਹ ਬੈਕਫਾਇਰ ਕਰਦਾ, ਦੁਨੀਆ ਨਾਲ ਹੀ ਹੋ ਰਿਹਾ, ਇਹ ਉੱਪਰ ਉਤਰ ਕੇ ਨਹੀਂ ਆਇਆ। ਜਿਹੜੀ ਵੀ ਇਨਸਾਨ ਚੀਜ਼ਾਂ ਦੇਖਦਾ ਜਾਂ ਵਿਚਰਦਾ, ਉਹ ਕਿਸੇ ਹੋਰ ਦੀ ਜ਼ਿੰਦਗੀ 'ਚੋਂ ਜਾਂ ਆਪਦੀ ਜ਼ਿੰਦਗੀ ਦੇ ਵਿੱਚ ਹੈਪਨ ਹੋਈਆਂ ਐਕਸਪੀਰੀਐਂਸਿਸ ਫੋਲੋ ਕਰਦਾ। ਜੇ ਸੁਸਾਇਟੀ 'ਚ ਉਹ ਚੀਜ਼ਾਂ ਹੋ ਰਹੀਆਂ ਨੇ ਤੇ ਅਸੀਂ ਉਹ ਸਟੈਪ ਲੈ ਰਹੇ ਹਾਂ, ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਲੱਗਦਾ ਕਿ ਇਹ ਸਭ ਚੀਜ਼ਾਂ ਬੰਦ ਹੋ ਗਈਆਂ? ਉਹ ਚੀਜ਼ਾਂ ਹੈਪਨ ਹੋਣ ਤੋਂ ਬਾਅਦ ਨਹੀਂ, ਉਹ ਬੰਦ ਨਹੀਂ ਹੋਈਆਂ, ਬੰਦ ਹੋਣੀਆਂ ਨੇ। ਡਿਊ ਕੰਸੀਡਰੇਸ਼ਨ ਜ਼ਰੂਰੀ ਹੈ, ਜਿਹੜਾ ਫੜਿਆ ਜਾਵੇ ਉਹ ਹੀ ਚੋਰ ਹੈ। ਦੂਜਾ ਤੇ ਸੈਕੰਡ ਚੀਜ਼ ਮੈਂ ਚਾਹਾਂਗਾ ਵੀ ਲੋਕਾਂ ਨੂੰ ਥੋੜਾ ਆਪਾਂ ਇਹ ਦਸੀਏ ਵੀ ਉਹ ਕੋਈ ਵੀ ਗਲਤ ਤਰੀਕਾ ਨਾ ਅਪਣਾਉਣ। ਸੋ ਇਮੀਗ੍ਰੇਸ਼ਨ ਲੈਣ ਦੇ ਜਿਹੜੇ ਲੀਗਲ ਤੇ ਜੈਨੂਨ ਤਰੀਕੇ ਆ, ਉਹਨਾਂ 'ਚ ਹੀ ਅਪਲਾਈ ਕਰਨ ਦਾ ਫਾਇਦਾ, ਬਿਲਕੁਲ। ਬਸ ਐਂਡ ਇਹ ਤੁਸੀਂ ਸੋਚੋ ਵੀ ਆਪਾਂ ਕੋਈ ਸ਼ਾਰਟ ਵੇ ਲੱਭ ਕੇ ਜਲਦੀ ਪਹੁੰਚ ਜਾਏ, ਕੁਝ ਕਰ ਲਾਂਗੇ, ਜਦੋਂ ਫੜੇ ਗਏ ਤੇ ਸਾਰੀ ਉਮਰ ਲਈ ਬੈਨ, ਠੀਕ ਹੈ ਨਾ। ਸੋ ਜੇ ਤੁਸੀਂ ਪ੍ਰੋਪਰ ਚੈਨਲ ਤੁਰੇ ਚਲੋ ਆਰਾਮ ਨਾਲ ਤੇ ਯੂ ਵਿਲ ਗੈਟ ਇਟ, ਐਂਡ ਦਿਸ ਇਜ਼ ਨਾਟ ਅ ਲਾਸਟ ਥਿੰਗ ਇਮੀਗ੍ਰੇਸ਼ਨ। ਹਾਂਜੀ, ਦੂਜਾ ਜਿਹੜਾ ਸਰ ਇਹਦੇ 'ਚ ਚੀਜ਼ ਜਿਹੜੀ ਐਡ ਆਨ ਹੋ ਸਕਦੀ ਹੈ ਨਾ, ਲੈਟਸ ਸੇ ਕਿਸੇ ਤਰੀਕੇ ਨਾਲ ਇਮੀਗ੍ਰੇਸ਼ਨ ਨਹੀਂ ਪੋਸੀਬਲ ਹੋ ਪਾ ਰਹੀ, ਦੌਰ ਹਰ ਟਾਈਮ ਬਦਲਦਾ ਹੈ। ਓਕੇ, ਸੋ ਤੁਸੀਂ ਆਪਣੇ ਆਪ ਨੂੰ ਇਕੁਇਪ ਕਰੋ। ਮੇਰੇ ਕੋਲ ਕਈ ਹੁਣ ਦੇਖੋ ਕਾਫੀ ਟਾਈਮ ਤੋਂ ਫੈਡਰਲ ਸਕਿਲਡ ਵਰਕਰ ਦਾ ਡਰਾ ਨਹੀਂ ਆਇਆ, ਠੀਕ ਹੈ ਨਾ ਜੀ। ਪੁਆਇੰਟਸ ਉਹਨੇ ਬਣਦੇ ਨਹੀਂ ਐਕਸਪ੍ਰੈਸ ਐਂਟਰੀ ਦੇ। ਮੈਂ ਸਭ ਨੂੰ ਕਹਿੰਦਾ ਯਾਰ ਤੁਹਾਡੇ ਕੋਲ ਸਮਾਂ ਹੈਗਾ, ਤੁਸੀਂ ਫ੍ਰੈਂਚ ਕਰ ਲਓ। ਤੁਸੀਂ ਇਹ ਸੋਚੋ ਕਿ ਵੀ ਉਹ ਪੁਆਇੰਟ ਇੰਪਰੂਵ ਕਿੱਦਾਂ ਹੋ ਸਕਦੇ ਆ, ਰੈਦਰ ਦੈਨ ਇਹ ਸੋਚੋ ਕਿ ਵੀ ਯਾਰ ਨਹੀਂ ਇਹਦਾ ਹੱਲ ਦੂਜੇ ਤਰੀਕੇ ਨਾਲ ਕੀ ਹੋ ਸਕਦਾ। ਪਹਿਲੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਿਸਟਮ ਦੇ ਹਿਸਾਬ ਨਾਲ ਕੀ ਚੀਜ਼ ਬੈਟਰ ਆ ਸਕਦੀ, ਲੇਕਿਨ ਉਹ ਹਮੇਸ਼ਾ ਯਾਦ ਰੱਖਿਓ ਸਰ, ਉਹ ਕਦੇ ਵੀ ਐਕਸਪੈਂਸਿਵ ਨਹੀਂ ਹੋਊਗੀ। ਜਿਹੜੀ ਚੀਜ਼ ਨੂੰ ਤੁਸੀਂ ਸਿਸਟਮ ਨੂੰ ਬਾਈਪਾਸ ਚੇਂਜ ਕਰਨ ਜਾਂ ਅਡੈਪਟੇਬਿਲਿਟੀ 'ਚ ਲਿਆਉਣ ਦੀ ਕੋਸ਼ਿਸ਼ ਕਰੋਗੇ, ਉਹ ਮਹਿੰਗੀ ਵੀ ਹੋਊਗੀ,
ਬੈਕਫਾਇਰ ਕਰਨ ਦੇ ਪ੍ਰੋਬੇਬਿਲਿਟੀ ਆਫ ਬੈਕਫਾਇਰਿੰਗ ਇਜ਼ ਮਚ ਹਾਇਰ। ਅੱਛਾ। ਸੋ ਇਹ ਸਾਰੀਆਂ ਗੱਲਾਂ ਸਰ ਡਿਊ ਡੈਲੀਜੈਂਸ ਇਨਵੋਲਵ ਹੈ। ਇਮੀਗ੍ਰੇਸ਼ਨ ਬਹੁਤ ਕਲੀਅਰਲੀ ਇੱਕ ਪ੍ਰੋਸੈਸ ਹੈ, ਇਟਸ ਐਡਮਿਨਿਸਟ੍ਰੇਟਿਵ ਪ੍ਰੋਸੈਸ। ਇਹਨੂੰ ਸਮਝ ਕੇ ਪਰ ਇਹਨੂੰ ਕੰਟਰੋਲ ਕਰਨਾ ਬੜਾ ਹਾਰਡ ਹੈ। ਈਵਨ ਮੈਂ ਐਜ਼ ਅ ਪ੍ਰੈਕਟੀਸ਼ਨਰ ਕਹਿੰਦਾ ਕਿ ਮੈਂ 100% ਇਹਨੂੰ ਕੰਟਰੋਲ ਕਰ ਸਕਦਾ, ਨਹੀਂ। ਅਸੀਂ ਵੀ ਗੋ ਬਾਏ ਪ੍ਰੋਬੇਬਿਲਿਟੀ, ਵੀ ਇਸ ਕੇਸ ਦੇ ਵਿੱਚ ਆਹ ਚੀਜ਼ ਬੈਟਰ ਤਰੀਕੇ ਨਾਲ ਪ੍ਰੋਬੇਬਿਲਿਟੀ ਫੈਕਟਰ ਵਧਾ ਦੂਗੀ ਤੁਹਾਡੀ ਸਕਸੈਸ ਦਾ, ਲੇਕਿਨ ਇਹਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਠੀਕ ਹੈ ਜੀ, ਕਾਈਂਡ ਆਫ ਇੰਪੋਸੀਬਲ। ਇਹ ਵੀ ਗੱਲ ਮੈਂ ਕਹਿ ਦਿੰਦਾ। ਜੇ ਆਪਾਂ ਕਹੀਏ ਕਿ ਵੀ ਇਹਦੇ ਕੋਈ ਜਾਦੂ ਦੀ ਛੜੀ ਨਾਲ ਐ ਹੋ ਜੋ ਕੁਛ ਨਹੀਂ। ਸੋ ਇਹਨੂੰ ਸਮਝਣ ਦੀ ਜ਼ਰੂਰਤ ਹੈ ਜੀ। ਵਿਸ਼ੂ, ਤੁਹਾਡੀ ਪ੍ਰੈਕਟਿਸ ਦੇ ਦੌਰਾਨ ਹਾਂਜੀ। ਤੁਹਾਨੂੰ ਕਿਹੋ ਜਿਹੇ ਫਰਾਡ ਤੁਹਾਡੀ ਨਜ਼ਰਾਂ 'ਚ ਆਏ ਆ ਅਜੇ ਤੱਕ? ਸਰ ਵੀ ਇਹ ਦੇਖ, ਚਲੋ ਆਪਾਂ ਇੱਕ ਕੇਸ ਡਿਸਕਸ ਕੀਤਾ ਨਾ, ਪਰ ਹਾਂਜੀ। ਅਦਰਵਾਈਜ਼ ਹਾਂਜੀ। ਵੀ ਡੂਰਿੰਗ ਪ੍ਰੈਕਟਿਸ ਕਿਸ ਤਰ੍ਹਾਂ ਦੇ ਫਰਾਡ? ਜਿਸ ਤਰ੍ਹਾਂ ਇੱਕ ਚੀਜ਼ ਹੋਰ ਵੀ ਆ, ਜਿਹੜਾ ਕਾਉਂਸਲਰ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਸੱਚ ਕੀ ਝੂਠ ਕੀ। ਹਾਂਜੀ। ਠੀਕ ਹੈ ਨਾ? ਹਾਂਜੀ। ਐਂਡ ਸਮ ਆਫ ਦਾ ਕਾਉਂਸਲਰ ਜਸਟ ਫॉर ਦਾ ਸੇਕ ਆਫ ਮਨੀ ਹਾਂਜੀ ਉਹਨੂੰ ਕਹਿੰਦੇ ਵੀ ਨਹੀਂ। ਹਾਂਜੀ। ਦੂਜੇ ਬੰਨੇ ਹੁੰਦਾ ਵੀ ਕੁਝ ਕਾਉਂਸਲਰ ਤੁਹਾਡੇ ਵਰਗੇ ਜਿਹੜੇ ਉਹਨੂੰ ਕਹਿੰਦੇ ਇੱਕ ਹੁੰਦੀ ਇਨਫੋਰਮਡ ਕੰਸੈਂਟ, ਹਾਂਜੀ। ਵੀ ਲੋਕਾਂ ਨੂੰ ਨੌਲੇਜ ਦੇਈਦੀ ਪਈ ਇਹ ਕੰਮ ਤੂੰ ਗਲਤ ਕਰਦਾ ਪਿਆ, ਹਾਂਜੀ। ਹਾਂਜੀ। ਤੇ ਇਹ 'ਚ ਰਿਫਿਊਜ਼ਲ ਵੀ ਲੱਗ ਸਕਦੀ, ਤੇਰੇ ਪੈਸੇ ਡੁੱਬ ਸਕਦੇ। ਬਿਲਕੁਲ ਜੀ। ਸੋ ਮੈਂ ਇਹੀ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਕਿਹੜੇ ਫਰਾਡ ਤੁਹਾਡੀਆਂ ਨਜ਼ਰਾਂ 'ਚ ਹੁਣ ਤੱਕ ਆ ਚੁੱਕੇ ਤੇ ਤੁਸੀਂ ਉਹਨਾਂ ਨੂੰ ਲੋਕਾਂ ਨੂੰ ਸਮਝਾਇਆ ਵੀ ਇਹ ਚੁੱਪ ਕਰਕੇ ਬੈਠੇ ਰਹੋ ਆਰਾਮ ਨਾਲ? ਸਰ ਮਤਲਬ ਹੁਣ ਪਹਿਲਾਂ ਦੇਖੋ 6 ਸਾਲ ਦੀ ਪ੍ਰੈਕਟਿਸ ਹੈ ਮੇਰੀ, ਠੀਕ ਹੈ ਸਰ। ਪਹਿਲਾਂ ਬਹੁਤ ਘੱਟ ਇਦਾਂ ਦੇ ਸਿਨੈਰੀਓ ਸਾਡੇ ਸਾਹਮਣੇ ਹੁੰਦੇ ਸੀ। ਸਾਡੇ ਲਈ ਵੀ ਬੜਾ ਐਥੀਕਲ ਡਾਇਲੇਮਾ ਹੋ ਜਾਂਦਾ ਜੀ। ਸੋ ਮੈਂ 2 ਕੇਸ ਤੁਹਾਨੂੰ ਕੋਟ ਕਰ ਦਿੰਦਾ ਜਿਹਦੇ 'ਚ ਮਤਲਬ ਕਈ ਵਾਰ ਕਾਉਂਸਲ, ਤੁਸੀਂ ਕਿਹਾ ਨਾ ਪਤਾ ਹੁੰਦਾ ਜੀ। ਪਹਿਲੀ ਗੱਲ ਤਾਂ ਸਰ ਜਦੋਂ ਮੇਰੇ ਸਾਹਮਣੇ ਇਦਾਂ ਦਾ ਕੋਈ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਗੱਲ ਕਹਿ ਸਕਦੇ ਹਾਂ ਕਿ ਵੀ ਜਿਹੜਾ ਬੰਦਾ ਮਹਾਰਾਜ ਦੀ ਹਜ਼ੂਰੀ 'ਚ ਸਹੀ ਨਹੀਂ ਹੋਇਆ ਨਾ ਜੀ, ਉਹ ਕਿਤੇ ਵੀ ਸਹੀ ਨਹੀਂ ਠਹਿਰਦਾ। ਸੋ ਆਪਾਂ ਪਹਿਲੀ ਕੋਸ਼ਿਸ਼ ਤੇ ਜੇ ਮੈਂ ਆਇਡੈਂਟੀਫਾਈ ਕਰ ਲਿਆ, ਮੈਂ ਪਰਸਨਲੀ ਔਨ ਕੈਮਰਾ ਕਹਿ ਰਿਹਾ, ਆਪਾਂ ਕੇਸ ਹੀ ਨਹੀਂ ਕਰੀਦਾ ਜੀ ਉਹ ਜਿਸ ਕੇਸ ਦੇ ਵਿੱਚ ਇਦਾਂ ਦੀ ਚੀਜ਼ ਇਨਵੋਲਵ ਆ, ਨਾ ਹੀ ਉਦਾਂ ਦਾ ਪੈਸਾ ਚਾਹੀਦਾ। ਠੀਕ ਹੈ, ਇਹ ਮੇਰਾ ਪਰਸਨਲ ਵਿਊ ਸੀਗਾ, ਮੈਂ ਔਨ ਰਿਕਾਰਡ ਕਹਿ। ਦੂਜੀ ਜਿਹੜੀ ਗੱਲ ਸਰ ਹੈਗੀ ਹੈ ਕਿ ਕੇਸਿਸ ਕਿਦਾਂ ਦੇ ਹੁਣ ਕਾਉਂਸਲ, ਤੁਸੀਂ ਕਈ ਵਾਰ ਕੀ ਹੁੰਦਾ ਜੀ, ਤੁਸੀਂ ਸੋਚ ਵੀ ਨਹੀਂ ਸਕਦੇ। ਮੇਰੇ ਕੋਲ ਇੱਕ ਬੜਾ ਕਲਾਸਿਕ ਜਿਹਾ ਐਗਜ਼ਾਮਪਲ ਹੈ ਜੀ। ਦੋਨੋਂ ਕਪਲ, ਮਤਲਬ ਮੁੰਡਾ ਕੁੜੀ ਦੋਨੋਂ ਸਟੂਡੈਂਟ ਸੀਗੇ, ਸਾਰਾ ਕੁਝ ਵੈਲ ਐਸਟੈਬਲਿਸ਼, ਬੜਾ ਲੌਂਗ ਰਿਲੇਸ਼ਨ, ਸਾਰਾ ਕੁਝ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਕਿ ਵੀ ਉਹਦੇ ਵਿੱਚ ਕੋਈ ਐਦਾਂ ਦਾ ਐਲੀਮੈਂਟ ਹੈਗਾ। ਲੇਕਿਨ ਦ ਮੂਮੈਂਟ PR ਇਜ਼ ਗ੍ਰਾਂਟਡ, ਐਵਰੀਥਿੰਗ ਗੋਨ। ਓਕੇ। ਮਤਲਬ PR ਕਾਰਡ ਅੱਜ ਮਿਲਿਆ, ਅਗਲੇ ਦਿਨ ਛੁੱਟੀ। ਅੱਛਾ। ਤੇ ਮਤਲਬ ਮੈਂ ਜਦੋਂ ਮੈਨੂੰ ਕਾਲ ਆਈ, ਮੈਂ ਇਹ ਨਹੀਂ ਦੱਸੂਗਾ ਹੁਣ ਮੁੰਡਾ ਜਾਂ ਕੁੜੀ ਹੈ। ਸੋ ਹਾਂਜੀ, ਸੋ ਜਦੋਂ ਮੈਨੂੰ ਕਾਲ ਆਈ ਨਾ, ਜਿਹੜਾ ਸਫਰਡ ਸਪਾਊਸ ਸੀਗਾ, ਮੈਂ ਉਹਨੂੰ ਕਹਿ ਰਿਹਾ ਸੀਗਾ, ਜਿੱਦਾਂ ਕਿਉਂਕਿ ਕਲਾਇੰਟਸ ਨਾਲ ਪਰਸਨਲ ਰਿਲੇਸ਼ਨ ਹੋ ਜਾਂਦਾ, ਮੈਂ ਉਹਨੂੰ ਕਹਿ ਰਿਹਾ ਸੀ ਫਿਰ ਚੱਲ ਰਹੀ ਹੈ ਜੀ ਸਹੁਰਿਆਂ ਦੀ ਸੇਵਾ, ਚਾਹੇ ਮੁੰਡੇ ਨੂੰ ਲਾ ਲਈਏ ਚਾਹੇ ਕੁੜੀ ਨੂੰ ਲਾ ਲਈਏ। ਉਹ ਕਹਿੰਦਾ ਵੀਰੇ ਵੀ ਮਤਲਬ ਮੈਂ ਤੁਹਾਨੂੰ ਕੀ ਦੱਸਾਂ ਕਿ ਵੀ ਕੀ ਹੈਪਨ ਹੋ ਗਿਆ, ਆਊਟ ਆਫ ਲੱਕ। ਹੁਣ ਉਹਦੇ 'ਚ ਫਰਾਡ ਸੀ ਜਾਂ ਉਹ ਕੀ ਕਰਨਾ ਚਾਹੁੰਦੇ ਸੀ, ਕੀ ਮਤਲਬ ਹੈਪਨ ਹੋਇਆ, ਕਿਸੇ ਨੂੰ ਵੀ ਨਹੀਂ ਪਤਾ। ਤੇ ਇਟ ਜਸਟ ਹੈਪਨਡ। ਹੁਣ ਉਹ 'ਚ ਕਾਉਂਸਲ ਕੀ ਕਰੂਗਾ ਜੀ? ਅਸੀਂ ਤਾਂ ਸਭ ਕੁਝ ਉਹਨਾਂ ਦੇ ਹਿਸਾਬ ਨਾਲ ਮਤਲਬ ਬਿਊਟੀਫੁਲੀ, ਈਵਨ ਜਿਹੜੇ ਵਿਚੋਲੇ ਤੱਕ ਸਭ ਨੂੰ ਅਸੀਂ ਜਾਣਦੇ, ਸਾਰਾ ਕੁਝ ਤੁਹਾਨੂੰ ਪਤਾ, ਲੇਕਿਨ ਇਨ ਦੀ ਐਂਡ ਐਵਰੀਥਿੰਗ ਗੋਨ। ਇੱਕ ਕੇਸ। ਦੂਜਾ ਜਿਹੜਾ ਕੇਸ ਸਰ, 에ਅਰਪੋਰਟ ਤੋਂ ਫੋਨ ਆਇਆ, ਮੁੰਡਾ ਵੇਟ ਕਰਦਾ, ਇੱਥੇ ਮੈਂ ਚਲ ਕੋਟ ਕਰਦਾ, ਮੁੰਡਾ ਵੇਟ ਕਰਦਾ ਰਿਹਾ, ਵਾਈਫ ਕੇਮ, PR ਲਈ ਸਾਰਾ ਕੁਝ ਹੋਇਆ, ਸ਼ੀ ਨੈਵਰ ਕਮ ਅਕ੍ਰੋਸ ਹਿਮ। ਅੱਛਾ, ਉੱਥੇ ਕਿਸੇ ਨਾਲ ਮੋਰ ਇੰਸੀਡੈਂਟਲੀ ਉਹਨੇ ਮੈਨੂੰ ਕਿਹਾ ਸੀ ਵੀਰੇ ਮੈਨੂੰ ਰੈਂਟ ਤੇ ਘਰ ਕਿਤੇ ਅਰੇਂਜ ਕਰਾ ਦਿਓ। ਤੇ ਉਹ ਫੋਨ ਕਰ ਰਿਹਾ ਸੀ, ਮੈਨੂੰ ਸੀਗਾ ਕਿਉਂਕਿ ਉਹ ਹਜੇ ਅਰੇਂਜਮੈਂਟ ਹੋਇਆ ਨਹੀਂ, ਮੈਨੂੰ ਸੀਗਾ ਸ਼ਾਇਦ ਉਹ ਹੀ ਮਾਈਟ ਨੀਡ ਮਾਈ ਪਰਸਨਲ ਹੈਲਪ। ਤੇ ਜਦੋਂ ਮੈਂ ਕਾਲ ਚੱਕੀ ਤੇ ਉਹ ਕਹਿੰਦਾ ਯਾਰ ਮੈਨੂੰ ਤਾਂ 3-4 ਘੰਟੇ ਹੋ ਗਏ। ਮੈਂ ਕਈ ਵਾਰ ਆਪਾਂ ਕਈ ਵਾਰ 6-6 7-7 ਘੰਟੇ ਵੀ ਲੱਗ ਜਾਂਦੇ ਇਮੀਗ੍ਰੇਸ਼ਨ ਹੋਣ ਨੂੰ। 9 ਘੰਟੇ ਮੁੰਡਾ ਉੱਥੇ ਖੜਾ ਰਿਹਾ। ਤੇ ਜਦੋਂ ਉਹਨੇ ਅੰਦਰ ਜਾ ਕੇ ਗੱਲਬਾਤ ਕੀਤੀ ਕਿ ਵੀ ਮੇਰੀ ਵਾਈਫ ਨੇ ਆਉਣਾ ਸੀ, ਆਏ, ਉਹ ਕਹਿੰਦੇ ਉਹ ਤਾਂ ਕਦੋਂ ਦੇ ਨਿਕਲ ਗਏ। ਤੁਸੀਂ ਇਮੈਜਿਨ ਕਰੋ ਸਰ, ਉਸ ਸਟੇਜ ਤੇ ਇੱਕ ਹਿਊਮਨ ਬੀਇੰਗ ਦੇ ਨਾਤੇ, ਚਾਹੇ ਉਹ ਕੁੜੀ ਹੈ ਚਾਹੇ ਮੁੰਡਾ, ਵੀ ਤੁਸੀਂ ਕਿਹੜੇ ਸਟ੍ਰੈਸ ਦੇ ਵਿੱਚ ਹੋਵੋਗੇ। ਸੋ ਮੈਂ ਹਰ ਵਾਰ ਕਹਿੰਦਾ ਸਰ, ਇਮੀਗ੍ਰੇਸ਼ਨ ਬੜੀ ਇੰਪੋਰਟੈਂਟ ਰੱਖਦੀ ਹੈ, ਲੇਕਿਨ ਇੰਨਾ ਵੀ ਨਹੀਂ ਕਿ ਅਸੀਂ ਆਪਣੀ ਪਰਸਨਲ ਹਿਊਮਨਿਟੇਰੀਅਨ ਵੈਲਿਊਜ਼ ਨੂੰ ਭੁੱਲ ਜਾਈਏ। ਨਹੀਂ, ਜਦੋਂ ਇਹੋ ਜਿਹੇ ਕੇਸ ਜਿਸ ਤਰ੍ਹਾਂ ਲੜਕੀ ਨੇ ਇਮੀਗ੍ਰੇਸ਼ਨ PR ਲਈ ਉਸ ਇੱਕ ਮੁੰਡੇ ਨਾਲ, ਬਾਅਦ 'ਚ ਦੂਸਰੇ ਮੁੰਡੇ ਨਾਲ ਕਿੰਨਾ ਚਿਰ ਵਿਆਹ ਨਹੀਂ ਕਰ ਸਕਦੀ? ਸਰ ਵਿਆਹ ਤਾਂ ਉਦੋਂ ਤੱਕ ਨਹੀਂ ਹੋਣਾ ਨਾ, ਪੋਲੀਗੈਮੀ ਕੈਨੇਡਾ 'ਚ ਇਲੀਗਲ ਹੈ। ਸੋ ਇਹ ਨਹੀਂ ਕਿ ਵੀ ਤੁਹਾਡਾ ਇੱਕ ਵਾਰ ਵਿਆਹ ਹੋਇਆ ਤੇ ਨਾਲ ਮੈਂ ਦੂਜੇ ਦਿਨ ਜਾ ਕੇ ਦੂਜਾ ਵਿਆਹ ਕਰ ਲਿਆ, ਇਟਸ ਇਲੀਗਲ ਇਨ ਕੈਨੇਡਾ। ਠੀਕ ਹੈ, ਲੇਕਿਨ ਤੁਹਾਨੂੰ 1 ਸਾਲ ਦੀ ਲੀਗਲ ਸੈਪਰੇਸ਼ਨ ਸ਼ੋ ਕਰਨੀ ਪੈਂਦੀ ਹੈ ਡਿਵੋਰਸ ਫਾਈਲ ਕਰਨ। ਸੋ ਇਦਾਂ ਨਹੀਂ ਹੈ ਕਿ ਵੀ ਉਸ ਪੀਰੀਅਡ ਦੇ ਵਿੱਚ ਤੁਸੀਂ ਵਿਆਹ ਕਰਕੇ ਬਹਿ ਗਏ ਜਾਂ ਕੁਛ। ਠੀਕ ਹੈ ਨਾ ਜੀ। ਹੁਣ ਮੰਨ ਲਓ A ਸਪਾਊਸ ਆਇਆ, B ਨੂੰ ਮਿਲਿਆ ਹੀ ਨਹੀਂ, B ਜਾ ਕੇ ਕਹਿੰਦਾ ਮੈਂ ਤਾਂ ਹੁਣ PR ਹੋ ਗਈ। ਤੇ ਪਹਿਲਾਂ ਕੀ ਸੀਗਾ ਸਰ, 2 ਸਾਲ ਲਈ ਨਾਲ ਰਹਿਣਾ ਮਸਟ ਸੀਗਾ।
ਬਾਅਦ ਚ ਪੀਆਰ ਕਾਰਡ ਜਦੋਂ ਕਿਸੇ ਨੇ ਮੈਂ ਸਪਾਂਸਰ ਕੀਤਾ ਕਿਸੇ ਨੂੰ, ਮਤਲਬ ਜਦੋਂ ਮੈਂ ਪਰਸਨਲੀ ਸਪਾਂਸਰ ਕੀਤਾ ਤਾਂ ਉਦੋਂ 2 ਸਾਲ ਨਾਲ ਰਹਿਣਾ ਜ਼ਰੂਰੀ ਸੀ। ਲੇਕਿਨ ਬਾਅਦ ਚੋਂ ਲਿਬਰਲ ਗਵਰਨਮੈਂਟ ਕੇਮ ਐਂਡ ਦੇ ਜਸਟ ਚੇਂਜ ਦਿਸ ਕਲੌਜ਼ਸ। ਠੀਕ ਹੈ ਜੀ, ਹੁਣ 2 ਸਾਲ ਨਾਲ ਰਹਿਣ ਵਾਲੀ ਕੋਈ ਸ਼ਰਤ ਨਹੀਂ, ਕਿਉਂਕਿ ਉਹ ਵੀ ਆਪਦੀ ਜਗ੍ਹਾ ਸਹੀ ਸੀ, ਅਬਿਊਜ਼ ਬਹੁਤ ਵੱਧ ਗਿਆ ਸੀਗਾ। ਦੈਟਸ ਹੁਣ ਕੁੜੀ ਠੀਕ ਹੈ ਤੇ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਤਾਂ ਉਹ ਵਿਚਾਰੀ ਵੀ ਕੀ ਕਰੇ। ਠੀਕ ਹੈ ਨਾ, ਸੋ ਦੇ ਸੈਡ ਕਿ ਵੀ ਆਪਾਂ ਇਹਦੇ 'ਚ ਹੋਣਾ ਨਹੀਂ ਵੀ ਠੀਕ ਹੈ ਯਾਰ ਤੁਸੀਂ ਆਪਦਾ ਪਰਿਵਾਰ ਆਪੇ ਚਲਾਓ। ਠੀਕ ਹੈ ਸਰ। ਉਸ ਤੋਂ ਬਾਅਦ ਕੀ ਹੈ ਕਿ ਜਿੱਦਾਂ ਤੁਸੀਂ ਪੁੱਛਿਆ 1 ਸਾਲ ਦੀ ਲੀਗਲ ਸੈਪਰੇਸ਼ਨ ਜ਼ਰੂਰੀ ਹੈ, ਦੈਨ ਡਿਵੋਰਸ ਫਾਈਲ ਹੁੰਦਾ। ਡਿਵੋਰਸ ਜਿੱਦਾਂ ਤੁਹਾਡਾ ਡਨ ਹੋ ਗਿਆ ਤੁਸੀਂ ਮੈਰਿਜ ਚਾਹੇ ਅਗਲੇ ਦਿਨ ਕਰ ਲਓ, ਕੋਈ ਰੋਕ ਟੋਕ ਨਹੀਂ। ਲੇਕਿਨ ਜਿਹੜੇ ਬੰਦੇ ਨੇ ਕਿਸੇ ਨੂੰ ਸਪਾਂਸਰ ਕਰਾਇਆ ਸੀ, ਜਿਵੇਂ ਮੰਨ ਲਓ ਮੁੰਡੇ ਦੀ ਮੈਂ ਐਗਜ਼ਾਮਪਲ ਲੈਂਦਾ, ਮੁੰਡੇ ਨੇ ਕੁੜੀ ਨੂੰ ਬੁਲਾਇਆ ਸੀਗਾ ਸਪਾਂਸਰਸ਼ਿਪ ਤੇ, ਜਿਹੜਾ ਮੁੰਡਾ ਹੈ ਜੀ ਉਹਨੂੰ 3 ਸਾਲ ਤੱਕ ਉਹ ਆਨਸਰੇਬਲ ਹੈ ਸਪਾਂਸਰਸ਼ਿਪ ਲਈ, 3 ਸਾਲ ਵੀ ਉਹਨਾਂ ਦੇ ਹਾਂਜੀ 3 ਸਾਲ ਤੱਕ। ਤੇ ਜਿਹੜੀ ਕੁੜੀ ਪੀਆਰ ਲੈ ਕੇ ਆਈ ਸੀਗੀ ਜੀ ਜਾਂ ਮੁੰਡਾ ਪੀਆਰ ਲੈ ਕੇ ਸਪਾਂਸਰ ਹੋ ਗਿਆ ਹੈ, ਉਹ 5 ਸਾਲ ਤੱਕ ਕਿਸੇ ਨੂੰ ਸਪਾਂਸਰ ਨਹੀਂ ਕਰ ਸਕਦੇ। ਹਾਂਜੀ, ਉਹਨਾਂ ਨੂੰ 5 ਸਾਲ ਰੁਕਣਾ ਪੈਂਦਾ ਜਿਹੜਾ ਬੰਦਾ ਸਪਾਂਸਰ ਹੋ ਕੇ ਆਇਆ ਆਪ। ਅੱਛਾ, 5 ਸਾਲ ਤੱਕ ਉਹ ਕਿਸੇ ਨੂੰ ਵਿਆਹ ਕਰ ਸਕਦੇ ਆ, ਕੁਝ ਮਰਜ਼ੀ ਕਰਨ, ਕਿਸੇ ਦਾ ਡਿਵੋਰਸ ਹੋ ਗਿਆ ਵਿਆਹ ਚਾਹੇ ਅਗਲੇ ਦਿਨ ਕਰ ਲਓ, ਕੋਈ ਰੋਕ ਟੋਕ ਨਹੀਂ। ਲੇਕਿਨ ਸਪਾਂਸਰਸ਼ਿਪ 5 ਸਾਲ ਬਾਅਦ ਜੇ ਤੁਸੀਂ ਸਪਾਂਸਰਡ ਹੋਏ ਹੋ ਐਜ਼ ਅ ਫੈਮਿਲੀ, ਤੁਸੀਂ 5 ਸਾਲ ਤੱਕ ਸਪਾਂਸਰ ਨਹੀਂ ਕਰ ਸਕਦੇ। ਹਾਂਜੀ, ਤੇ ਮੁੰਡੇ ਦੇ ਜਿਹੜਾ ਵੀ ਸਪਾਊਸ ਜਿਹਨੇ ਸਪਾਂਸਰ ਕੀਤਾ ਜੋ 3 ਸਾਲ ਤੱਕ 3 ਸਾਲ ਦਾ ਸਪਾਂਸਰ। ਹਾਂਜੀ, ਸੋ ਇਹ ਨਹੀਂਗਾ ਵੀ ਦਵਾ ਦਵ ਲੋਕੀ ਵੀ ਉਧਰੋਂ ਪੀਆਰ ਛੱਡੀ ਤਾਂ ਦੂਜੀ ਪੀਆਰ ਲੈ ਲਈ। ਇਦਾਂ ਉਹ ਕਹਿੰਦੇ ਇੱਕ ਬੜਾ ਮੈਂ ਇਹਦੇ ਵਿੱਚ ਮੂਵੀ ਦਾ ਡਾਇਲੋਗ ਯਾਦ ਆਉਂਦਾ, ਹਮ ਹੈ ਸਿਸਟਮ ਹੈ ਕਾਨੂੰਨ ਹੈ। ਤੁਸੀਂ ਸਮਝੇ ਨਾ ਗੱਲ, ਵੀ ਹਰੇਕ ਚੀਜ਼ ਕਾਨੂੰਨ ਦੇ ਦਾਇਰੇ 'ਚ ਹੈ। ਹਾਲਾਂਕਿ ਦੇਖੋ ਮੈਂ ਕਹਿਣਾ ਨਹੀਂ ਚਾਹੀਦਾ, ਬਟ ਅਨਫੋਰਚੂਨੇਟਲੀ ਉਨੀ ਹਾਈ ਲੈਵਲ ਇਨਫੋਰਸਮੈਂਟ ਇੱਥੇ ਨਹੀਂ ਹੈਗੀ ਜਿਸ ਹਿਸਾਬ ਨਾਲ ਹੋਣੀ ਚਾਹੀਦੀ ਹੈ। ਲੇਕਿਨ ਜਿੱਦਣ ਇਮੀਗ੍ਰੇਸ਼ਨ ਨੇ ਸਖਤਾਈ ਕੀਤੀ, ਮਤਲਬ ਥੀਸ ਥਿੰਗਸ ਡੋਂਟ ਲੈਸਟ ਟੂ ਲੌਂਗ। ਇਹ ਫਿਕਸ ਹੋਣਾ ਕੋਈ ਹਾਰਡ ਗੱਲਾਂ ਨਹੀਂ ਹੈਗੀਆਂ। ਠੀਕ ਹੈ, ਹਰ ਡਾਟਾ ਡਿਜੀਟਲੀ ਡਾਟਾ। ਲੇਕਿਨ ਸਮਟਾਈਮਸ ਸਰਕਾਰਾਂ ਦਾ ਵੀ ਕੋਈ ਦੌਰ ਹੁੰਦਾ, ਉਹਨਾਂ ਦੀਆਂ ਪ੍ਰੈਫਰੈਂਸਿਸ ਹੋਰ ਹੁੰਦੀਆਂ ਨੇ, ਮਿਨਿਸਟਰਸ ਕਿੱਦਾਂ ਦੇ ਪੋਰਟਫੋਲੀਓ ਹੋਲਡ ਕਰਦੇ ਆ, ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਸਰ। ਹਾਂਜੀ, ਤੇ ਇਹ ਹੁਣ ਆਪਾਂ ਵੀ ਜਿਹੜੇ ਫਰਾਡਸ ਤੁਹਾਨੂੰ ਪੁੱਛਿਆ ਸੀ ਵੀ ਕਿਹੜੇ ਤਰ੍ਹਾਂ ਦੇ ਦਿਖੇ ਆ, ਇਹ ਤੇ ਚਲੋ 2 ਆ ਇੱਥੇ ਹੋ ਗਿਆ, ਹੋਰ ਕੋਈ ਜਿਸ ਤਰ੍ਹਾਂ ਮਿਸ ਰੀਪ੍ਰੈਜ਼ੈਂਟੇਸ਼ਨ ਦਾ ਫੈਕਟਸ ਕਰਦੇ ਆ ਲੋਕੀ, ਕਿਸ ਤਰ੍ਹਾਂ ਦੇ ਕਰਦੇ ਆ? ਐਂਡ ਉਹਦੇ 'ਚ ਮੈਂ ਤੁਹਾਨੂੰ ਪ੍ਰੈਕਟੀਕਲ ਐਗਜ਼ਾਮਪਲਸ ਹੀ ਦੇ ਦਿੰਦਾ। ਕਈ ਵਾਰ ਕੀ ਹੁੰਦਾ ਜੀ, ਜਿਹੜੀ ਸਭ ਤੋਂ ਖਤਰਨਾਕ ਸਾਡੇ ਸਾਹਮਣੇ ਆਉਂਦੀ ਹੈ ਤੇ ਫਾਈਟ ਕਰਨੀ ਵੀ ਔਖੀ ਹੋ ਜਾਂਦੀ, ਉਹ ਇਹ ਹੁੰਦਾ ਕਿ ਮੰਨ ਲਓ ਤੁਹਾਡਾ ਯੂਐਸ ਦਾ ਵੀਜ਼ਾ ਤੁਸੀਂ ਵਿਜ਼ਟਰ ਲਾਇਆ ਸੀਗਾ, ਤੁਸੀਂ ਉਹ ਰਿਫਿਊਜ਼ ਹੋ ਗਿਆ। ਠੀਕ ਹੈ ਨਾ ਜੀ, ਉਹਨਾਂ ਦਾ ਕੋਈ ਪੇਪਰ ਵਗੈਰਾ ਨਹੀਂ ਹੁੰਦਾ, ਉਹ ਇੰਟਰਵਿਊ ਲੈਂਦੇ ਸਰ, ਦੇ ਜਸਟ ਗਿਵ ਯੂ 1 ਡਾਕੂਮੈਂਟ ਵੀ ਠੀਕ ਹੈ ਸੌਰੀ, ਜਾਂ ਤਾਂ ਪਾਸਪੋਰਟ ਰਹਿ ਜਾਂਦਾ ਅਸੈਪਟੇਬਲ ਹੋ ਗਿਆ ਜਾਂ ਸੌਰੀ ਹੋ ਜਾਂਦਾ। ਹੁਣ ਉਹਨਾਂ ਨੇ ਕੈਨੇਡਾ ਲਈ ਅਪਲਾਈ ਕਰਨਾ ਹੁੰਦਾ। ਠੀਕ ਹੈ ਜੀ, ਜਾਂ ਮੈਂ ਯੂਐਸ ਦੀ ਐਗਜ਼ਾਮਪਲ ਪਰਫੈਕਟ ਤਾਂ ਲਈ ਕਿ ਉਹ ਆਇਡੈਂਟੀਫਾਈ ਬਹੁਤ ਕਰਦੀ ਹੈ ਇਮੀਗ੍ਰੇਸ਼ਨ, ਡਾਟਾ ਸਾਂਝਾ ਤੇ। ਹੁਣ ਕੀ ਹੈ ਜੀ, ਉਹ ਕੈਨੇਡਾ ਦੀ ਫਾਈਲ ਤੇ ਲਾਉਣ ਲੱਗੇ ਵੀ ਠੀਕ ਹੈ, ਉਦੋਂ ਉਹਨਾਂ ਨੇ ਕਹਿਣਾ ਤੁਹਾਡਾ ਨਾਰਮਲੀ ਲੋਕ ਨਹੀਂ ਕਰਦੇ ਜੀ, ਜਿਹੜੇ ਚੰਗੇ ਪ੍ਰੈਕਟੀਸ਼ਨਰ ਹੋਣਗੇ ਉਹ ਕਦੇ ਵੀ ਇਹ ਨਹੀਂ ਕਹਿਣਗੇ ਅਸੀਂ ਤਾਂ ਯੂਐਸ ਛੱਡੋ ਜੀ, ਸਾਡੇ ਸਵਾਲ ਦੇ ਵਿੱਚ ਤਾਂ ਅਸੀਂ ਨਿਊਜ਼ੀਲੈਂਡ, ਮੈਂ ਤਾਂ ਸਪੈਸੀਫਿਕਲੀ ਸਾਰੀਆਂ ਕੰਟਰੀਆਂ ਗਿਣਾ ਦਿੰਦਾ ਉਹਨਾਂ, ਦੁਬਈ ਤੱਕ ਵੀ ਮਲੇਸ਼ੀਆ, ਦੁਬਈ, ਕਿਉਂਕਿ ਜਿੱਥੇ ਤੱਕ ਸਾਡੇ ਨਾਰਮਲ ਲੋਕ ਜਾਂਦੇ ਨੇ ਮੈਂ ਸਾਰੀ ਕੰਟਰੀ ਉਹਨਾਂ ਤੋਂ ਸਵਾਲ ਪੁੱਛ ਲੈਣਾ ਹੁੰਦਾ, ਯੂਐਸ ਤੋਂ ਸ਼ੁਰੂ ਕਰਕੇ ਯੂਐਸ, ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਦੁਬਈ, ਸਾਈਪਰਸ, ਸਿੰਗਾਪੁਰ, ਬਈ ਕਿਤੇ ਵੀ ਤੁਹਾਡਾ ਕੋਈ ਵੀ ਰਿਫਿਊਜ਼ਲ ਹੈਗੀ ਹੈ ਤੁਸੀਂ ਸਾਨੂੰ ਦੱਸੋ। ਠੀਕ ਹੈ ਨਾ ਜੀ, ਤੇ ਯੂਐਸ ਦਾ ਵੀਜ਼ਾ ਮੰਨ ਲਓ ਉਹ ਬੜੀ ਵੱਡੀ ਜਿਹੜੀ ਸਿਚੁਏਸ਼ਨ ਸਾਹਮਣੇ ਡਿਵੈਲਪ ਹੁੰਦੀ ਹੈ ਮਿਸ ਰੈਪਰੈਜ਼ੈਂਟੇਸ਼ਨ ਦੇ ਵਿੱਚ, ਕਿ ਯੂਐਸ ਦਾ ਵੀਜ਼ਾ ਕਾਉਂਸਲ ਕਹਿ ਦਿੰਦੇ ਆ, ਏਜੰਟ ਕਹਿ ਦਿੰਦੇ ਆ ਕਿ ਵੀ ਯਾਰ ਇਹਨੂੰ ਡਿਕਲੇਅਰ ਕਰਨ ਦੀ ਲੋੜ ਨਹੀਂ, ਇਹਦੇ ਨਾਲ ਤੇਰੀ ਫਾਈਲ ਤੇ ਨੈਗੇਟਿਵ ਇਫੈਕਟ ਹੋ ਜਾਊਗਾ। ਸਰ ਕੋਈ ਇਫੈਕਟ ਨਹੀਂ ਹੁੰਦਾ। ਅੱਛਾ, ਤੁਹਾਨੂੰ ਸੱਚ ਬੋਲਣਾ ਜ਼ਰੂਰੀ ਹੈ। ਸੱਚ ਬੋਲਣਾ, ਹਾਂਜੀ, ਤੁਸੀਂ ਉਹਨੂੰ ਡਿਕਲੇਅਰ ਕਰੋਗੇ ਵੀ ਰਿਫਿਊਜ਼ ਹੋਇਆ ਸੀ, ਵਿਜ਼ਟਰ ਵੀਜ਼ਾ ਸੀਗਾ, ਇਟ ਵਾਸ ਨਾਟ ਗ੍ਰਾਂਟਡ, ਦੈਟਸ ਇਟ। ਚਾਹੇ ਆਸਟ੍ਰੇਲੀਆ ਦਾ ਜਾਂ ਨਿਊਜ਼ੀਲੈਂਡ ਦਾ, ਸਭ ਤੋਂ ਜਦੋਂ ਵੱਡੀ ਮਿਸਰੈਪ ਜਿਹੜੀ ਨਿਕਲ ਕੇ ਆਉਂਦੀ ਹੈ ਸਰ, ਇਹੀ ਕੁਐਸਚਨ ਤੇ ਆਉਂਦੀ ਹੈ ਆਮ ਤੌਰ ਤੇ ਜਿਹੜੀ ਅਸੀਂ ਦੇਖੀ ਹੈ। ਦੂਜਾ ਸਰ ਕੀ ਹੁੰਦਾ ਕਿ ਫਿਰ ਵਿਆਹ ਇਮੀਗ੍ਰੇਸ਼ਨ ਦੇ ਜਿਹੜੇ ਆਫਿਸਰ ਨੇ ਸਰ, ਕਈ ਆਫਿਸਰ ਵੈਲ ਟ੍ਰੇਨਡ ਹੁੰਦੇ ਆ। ਮੇਰੇ ਕੋਲ ਅੱਜ ਵੀ ਮੇਰੇ ਯਾਦ ਹੈ ਜੀ, ਇੱਕ ਕੇਸ ਕਿਸੇ ਦਾ ਰਿਫਿਊਜ਼ ਹੋ ਕੇ ਆਇਆ ਸੀ, ਅੱਜ ਤੋਂ 3-4 ਸਾਲ ਪਹਿਲਾਂ ਦੀ ਗੱਲ ਹੋਣੀ। ਉਹਨਾਂ ਦਾ ਕੇਸ ਜਿਹੜਾ ਰਿਜੈਕਟ ਕੀਤਾ ਸੀ ਨਾ ਸਰ, ਉਹ ਫੋਟੋਗ੍ਰਾਫਸ ਦੇ ਵਿੱਚ ਪ੍ਰੋਕਸੀਮਿਟੀ, ਆਪਾਂ ਪ੍ਰੋਕਸੀਮਿਟੀ ਕਹਿੰਦੇ ਵੀ ਜਿਹੜੀ ਨੇੜਤਾ, ਹੁਣ ਆਪਾਂ ਇੱਕ ਦਾਇਰੇ ਤੇ ਬੈਠੇ ਹਾਂ ਜਾਂ ਸੋਸ਼ਲ ਡਿਸਟੈਂਸਿੰਗ ਹੁਣ ਤਾਂ ਬਹੁਤ ਪ੍ਰੈਵਲੈਂਟ ਹੋ ਗਿਆ। ਫੋਟੋਗ੍ਰਾਫਸ ਦੇ ਵਿੱਚ ਜਿਹੜੀ ਉਹਨਾਂ ਦੇ ਮੈਂ ਦੇਖੇ ਸਰ ਰਿਫਿਊਜ਼ਲ ਦੇ, ਉਹ ਕਹਿੰਦੇ ਕਿ ਉਹ ਇਸ ਤਰੀਕੇ ਨਾਲ ਸੀ ਕਿ ਵੀ ਸਾਨੂੰ ਕਨਵਿੰਸ ਕਰਨ ਲਈ ਬਹੁਤ ਨੇੜਤਾ ਦਿਖਾਈ ਗਈ ਹੈ। ਸੋ ਤਾਂ ਹੀ ਕਿਹਾ ਨਾ ਸਰ ਕਿ ਤੁਸੀਂ ਕੋਈ ਵੀ ਪੇਪਰ ਇਮੀਗ੍ਰੇਸ਼ਨ ਨੂੰ ਸਬਮਿਟ ਕਰਦੇ ਆ, ਉਹਦੀ ਡਿਊ ਡਿਲੀਜੈਂਸ ਬਹੁਤ ਜ਼ਰੂਰੀ ਹੈ। ਸੋ ਪ੍ਰੋਕਸੀਮਿਟੀ ਕੀ ਹੈਗੀ ਹੈ, ਕਿਹੜੇ ਪਲੇਸਿਸ ਦੇ ਵਿੱਚ ਤੁਸੀਂ ਕਿੱਥੇ ਕੀ ਕੀਤਾ, ਤੁਹਾਡੀ ਕੜੀਆਂ ਜੁੜਦੀਆਂ ਬੈਕਗਰਾਊਂਡ ਦੇ ਵਿੱਚ ਕਿ ਨਹੀਂ, ਇਹ ਗੱਲ ਆ ਜਾਂਦੀ ਹੈ। ਦੂਜਾ ਜਿਹੜਾ ਨਾਰਮਲੀ ਮੈਂ ਦੇਖਿਆ ਸਰ ਕਿ ਵੀ ਤੁਹਾਡੀ ਜਿਹੜੀ ਮੈਰਿਜ ਆਫ ਕਨਵਿੰਸ ਨਹੀਂ ਲੱਗਦੀ ਉਹਨਾਂ ਨੂੰ, ਮੈਰਿਜ ਆਫ ਕਨਵਿੰਸ ਲੱਗਦੀ ਹੈ, ਜੈਨੂਇਨ ਮੈਰਿਜ ਨਹੀਂ ਲੱਗਦੀ। ਹਾਂਜੀ, ਦੇ ਕੁਡ ਨਾਟ ਪ੍ਰੂਵ ਦੈਟ ਦ ਮੈਰਿਜ ਇਜ਼ ਜੈਨੂਇਨ। ਹਾਂਜੀ, ਤੀਜੀ ਜਿਹੜੀ ਗੱਲ ਆ ਜਾਂਦੀ ਹੈ ਸਰ ਇੰਟਰਵਿਊ ਦੇ ਉੱਤੇ,
ਓਕੇ ਮੰਨ ਲਓ ਜਦੋਂ ਕਿਤੇ ਕੁਐਸਚਨ ਆਇਆ ਜੀ, ਨਾਰਮਲੀ ਆਮ ਤੌਰ ਤੇ ਇਹਦੇ ਉੱਤੇ ਅਸੀਂ ਫਾਈਟ ਵੀ ਵਧੀਆ ਕਰਦੇ ਹਾਂ ਸਰ, ਜਦੋਂ ਕੇਸ ਇਦਾਂ ਦਾ ਹੋਵੇ ਵੀ। ਇੰਟਰਵਿਊ ਦੇ ਵਿੱਚ ਕੀ ਹੁੰਦਾ ਜੀ, ਲੈਟਸ ਸੇ ਤੁਸੀਂ ਇੰਗਲਿਸ਼ ਨਹੀਂ ਬੈਟਰ ਬੋਲ ਸਕਦੇ, ਉਹ ਟਰਾਂਸਲੇਟਰ ਦੇਤਾ ਉਹਨਾਂ ਨੇ। ਹੁਣ ਤੁਸੀਂ ਜਿਹੜੀ ਗੱਲ ਬੋਲਿਓ ਟਰਾਂਸਲੇਟਰ ਨੇ ਉਹਨੂੰ ਆਫੀਸਰ ਨੂੰ ਦੱਸੀ। ਲੇਕਿਨ ਮੈਂ ਆਮ ਤੌਰ ਤੇ ਦੇਖਿਆ ਜਦੋਂ ਇੰਟਰਵਿਊ ਹੁੰਦੀ ਹੈ ਨਾ ਸਰ, ਕਾਫੀ ਕੇਸਿਸ ਦੇ ਵਿੱਚ ਆਫੀਸਰ ਡਿਸੀਜਨ ਪਹਿਲੇ ਬਣਾ ਕੇ ਬੈਠਾ ਹੁੰਦਾ ਓਕੇ ਕਿ ਵੀ ਮੈਂ ਇਹਨਾਂ ਨੂੰ ਛੱਡਣਾ ਨਹੀਂ। ਤੁਸੀਂ ਸਮਝੇ ਗੱਲ ਨੂੰ ਜੀ, ਕਿ ਵੀ ਮੈਂ ਜਸਟ ਇੰਟਰਵਿਊ ਨੂੰ ਬੇਸ ਬਣਾਉਣਾ, ਉਹਦੀ ਡੈਕਲੇਰੇਸ਼ਨ ਨੂੰ ਐਂਟਰ ਕਰਨਾ ਤੇ ਮੈਂ ਇਹਨੂੰ ਰਿਫਿਊਜ਼ ਕਰਨਾ ਹੀ ਕਰਨਾ। ਮਤਲਬ ਨਾਰਮਲੀ ਸਪਾਊਸਲ ਕੇਸਿਸ 'ਚ ਮੈਂ ਨੋਟ ਕੀਤੀ ਗੱਲ, ਓਕੇ ਠੀਕ ਹੈ ਸਰ। ਆਫੀਸਰਸ ਬਾਇਸ ਹੁੰਦੇ ਆ, ਕਾਫੀ ਵਾਰ ਦੇਖਿਆ ਮੈਂ। ਤੇ ਉਦੋਂ ਕੀ ਹੈ ਸਰ, ਵੀ ਜਦੋਂ ਇੰਟਰਵਿਊ ਦੇ ਵਿੱਚ ਤੁਸੀਂ ਕੋਈ ਵੀ ਡੈਕਲੇਰੇਸ਼ਨ ਦਿੰਦੇ ਆ ਨਾ ਸਰ, ਵੀ ਉਹਦੇ 'ਚ ਤੁਹਾਡਾ ਜਿਹੜਾ ਆਨਸਰ ਆ ਉਹ ਚੇਂਜ ਨਹੀਂ ਹੋਣਾ ਚਾਹੀਦਾ ਸਟੇਟਮੈਂਟ। ਓਕੇ ਠੀਕ ਹੈ। ਹੁਣ ਦੋ ਕੁ ਗੱਲਾਂ ਸੀਗੀਆਂ ਸਰ, ਮੈਂ ਉਹਨਾਂ ਨੇ ਪੁੱਛਿਆ ਕਿ ਵੀ ਤੁਹਾਡੇ ਵਾਈਫ ਕੰਮ ਕੀ ਕਰਦੇ ਨੇ, ਮੁੰਡੇ ਨੂੰ ਆਨਸਰ ਨਹੀਂ ਆਇਆ ਵੀ ਕਿੱਥੇ ਕੰਮ ਕਰਦੇ, ਡੈਜ਼ਿਗਨੇਸ਼ਨ ਨਹੀਂ ਪਤਾ ਸੀਗਾ। ਉਹਨਾਂ ਨੇ ਪੁੱਛਿਆ ਸੈਲਰੀ ਕਿਤੇ। ਹੁਣ ਇੱਕ ਜੈਨੂਇਨ ਕੁਐਸਚਨਸ ਨੇ ਨਾ ਕਿ ਵੀ ਤੁਹਾਡੇ ਸਪਾਊਸ ਕੰਮ ਕਿੱਥੇ ਕਰ ਰਹੇ ਆ। ਹੁਣ ਤੁਸੀਂ ਪਹਿਲਾਂ ਕਹੋਗੇ ਨਹੀਂ ਜੀ ਉਹ ਇੱਥੇ ਕੰਮ ਕਰਦੇ, ਤੇ ਨਾਲ ਹੀ 1 ਮਿੰਟ ਬਾਅਦ ਤੁਸੀਂ ਕਹੋ, ਫਿਰ ਉਹ ਕਹੋਗੇ ਵੀ ਸੈਲਰੀ ਕਿੰਨੇ ਆ, ਫਿਰ ਅਗਲਾ ਕਹੂਗਾ ਤੁਸੀਂ ਕਿਹਾ ਜੀ ਉਹ ਸਟੋਰ ਤੇ ਕਲਰਕ ਨੇ। ਤੇ ਅਗਲਾ ਕੁਐਸਚਨ ਸੀ ਉਹਨਾਂ ਦੀ ਸੈਲਰੀ ਕਿੰਨੀ, ਤੁਸੀਂ ਕਹਿੰਦਾ ਜੀ $27 ਮਿਲਦੇ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਲਰਕ ਨੂੰ $27 ਨਹੀਂ ਮਿਲ ਸਕਦੇ, ਕੋਈ ਹੋ ਸਕਦਾ, ਲੇਕਿਨ ਗੱਲ ਹੈ ਕਿ ਨਾਰਮਲੀ ਉਹ ਹੁੰਦਾ ਨਹੀਂ। ਓਕੇ ਸੋ ਉੱਥੋਂ ਕੁਐਸਚਨ ਰੇਜ਼ ਹੋ ਗਿਆ। ਸੋ ਇਹ ਸਾਰੇ ਪ੍ਰੈਕਟੀਕਲ ਗੱਲਾਂ ਨੇ ਜੀ, ਜਿਹੜੀ ਡੈਕਲੇਰੇਸ਼ਨ ਦੇਣੀ ਹੈ, ਚਾਹੇ ਫਾਰਮਸ ਤੇ ਦੇਣੀ ਹੈ ਜਾਂ ਇੰਟਰਵਿਊ ਵੇਲੇ ਵੀ ਦੇਣੀ ਹੈ, ਇਹ ਚੀਜ਼ਾਂ ਵਾਚਫੁਲੀ ਹੋਣੀਆਂ ਚਾਹੀਦੀਆਂ। ਯੂ ਸ਼ੁੱਡ ਬੀ ਬੈਟਰ ਪ੍ਰੀਪੇਅਰਡ। ਕੁਐਸਚਨਸ ਕੋਈ ਵੀ ਲਿਸਟਡ ਨਹੀਂ ਹੈਗੇ, ਐਗਜ਼ਾਮ ਨਹੀਂ ਹੈ। ਇੰਟਰਵਿਊ ਹੁੰਦੀ ਹੈ ਸਪਾਊਸਲ ਇਮੀਗ੍ਰੇਸ਼ਨ 'ਚ ਸਰ ਨਾਰਮਲੀ ਨਹੀਂ ਹੁੰਦੀ, ਲੇਕਿਨ ਜਦੋਂ ਕਿਤੇ ਵੀ ਡਾਊਟ ਆ ਗਿਆ ਜਾਂ ਕਈ ਵਾਰ ਇਮੀਗ੍ਰੇਸ਼ਨ ਦੀ ਇੱਕ ਗੱਲ ਇਹ ਵੀ, ਇੰਟਰਵਿਊ ਦਾ ਮਤਲਬ ਇਹ ਨਹੀਂ ਕਿ ਵੀ ਤੁਸੀਂ ਕੋਈ ਪ੍ਰੋਬਲਮ ਆਈ ਤਾਂ ਇੰਟਰਵਿਊ ਆਈ, ਨਾਰਮਲੀ ਹੁੰਦਾ। ਬਟ ਕੁਝ ਕੇਸਿਸ ਉਹ ਰੈਂਡਮਲੀ ਵੀ ਸਿਲੈਕਟ ਕਰਦੇ ਜਸਟ ਟੂ ਟੈਸਟ ਦਾ ਪ੍ਰੋਸੈਸ ਵੀ ਸਾਰਾ ਕੁਝ ਠੀਕ ਚੱਲ ਰਿਹਾ। ਕਿਉਂਕਿ ਪਹਿਲੇ ਪੁਰਾਣੇ ਦੌਰ ਦੇ ਵਿੱਚ ਜਦੋਂ ਲੋਕ ਆਏ ਸੀਗੇ, ਉਦੋਂ ਉਹਨਾਂ ਨੂੰ ਉਹ ਪਿੰਡ 'ਚ ਜਾ ਕੇ ਵੀ ਦੇਖ ਜਾਂਦੇ ਸੀ ਵੀ ਹਾਂਜੀ ਫਲਾਣੇ ਦਾ ਮੁੰਡਾ ਵਿਆਹਿਆ ਜੀ, ਹਾਂਜੀ ਇਹ ਜੀ। ਅੱਜ ਕੱਲ ਐਪਲੀਕੇਸ਼ਨ ਜ਼ਿਆਦਾ ਨੇ, ਹਾਲਾਂਕਿ ਕਰਦੀ ਹੈ ਇਮੀਗ੍ਰੇਸ਼ਨ, ਬਟ ਬਹੁਤ ਰੇਅਰ ਕਰਦੀ ਹੈ ਕਿ ਵੀ ਜਾ ਕੇ ਸਾਈਟ ਤੇ ਵੀ ਕਿਸੇ ਦਾ ਪਿੰਡ ਜਾ ਕੇ ਚੈੱਕ ਕਰੇ ਹੋਣਗੇ ਵੀ ਵਿਆਹ ਹੋਇਆ ਕਿ ਨਹੀਂ, ਪਰ ਦੇ ਕੈਨ ਡੂ ਇਟ। ਸੋ ਫਾਈਲ ਨੂੰ ਇਦਾਂ ਹੀ ਬਣਾਉਣ ਦੀ ਲੋੜ ਹੈ ਕਿ ਵੀ ਹਾਂਜੀ ਜੇ ਉਹ ਆ ਗਏ ਤਾਂ ਸਾਡਾ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ। ਤੇ ਬੜਾ ਕੁਛ ਹੈ ਸਰ। ਮੈਂ ਹੋਰ ਇੱਕ ਬੜਾ ਹਾਸੇ ਦੇ ਵਿੱਚ, ਬਟ ਆਈ ਵਾਸ ਸਨਬਡ ਵੈਨ ਆਈ ਨੋ, ਮੈਂ ਏਰੀਆ ਨਹੀਂ ਬੋਲੂੰਗਾ ਪੰਜਾਬ ਦਾ ਕਿਹੜਾ ਸੀਗਾ ਜੀ, ਮਤਲਬ ਆਈ ਵਾਸ देयर ਫॉर ਅ ਪਰਸਨਲ ਇਨਵਾਈਟ। ਤੇ ਮਤਲਬ ਉੱਥੇ ਜਿਹੜਾ ਕਲਚਰ ਚੱਲਦਾ ਸੀ ਨਾ ਸਰ, ਮੈਰਿਜ ਪੈਲੇਸ ਸੀਗਾ, ਆਡੀਅנס ਫਿਕਸਡ, ਮਤਲਬ ਲੋਕੈਲਿਟੀ ਦੇ ਮਤਲਬ ਉਹ ਪੈਲੇਸ ਵੱਲੋਂ ਆਡੀਅנס ਪ੍ਰੋਵਾਈਡਡ ਸੀ ਪੈਕੇਜ ਦੇ ਵਿੱਚ। ਮਤਲਬ ਸਵੇਰੇ ਆਸਟ੍ਰੇਲੀਆ ਵਾਲੇ ਵਿਆਹ ਕਰਾ ਰਹੇ ਨੇ, ਉਹੀ ਆਡੀਅנס ਦੇ ਵਿੱਚ ਕੈਨੇਡਾ ਵਾਲੇ ਵਿਆਹ ਕਰਾ ਰਹੇ ਨੇ। ਮਤਲਬ ਆਈ ਵਾਸ ਸਨਬਡ ਕਿ ਵੀ ਲੋਕ ਇੰਨੀ ਐਕਸਟ੍ਰੀਮ ਵੀ ਜਾ ਸਕਦੇ ਆ। ਤੁਸੀਂ ਸੋਚ ਕੇ ਦੇਖੋ, ਤੁਸੀਂ ਵੀ ਹੈਰਾਨੀ ਹੋਗੀ, ਸਾਡੇ ਆਡੀਅנס ਨੂੰ ਵੀ ਹੈਰਾਨੀ ਹੋਗੀ, ਮੈਨੂੰ ਵੀ, ਮੈਂ ਵੀ ਹੈਰਾਨੀ ਕਿ ਯਾਰ ਇਹ ਕਿੱਦਾਂ ਪੋਸੀਬਲ ਆ। ਸੇਮ ਆਡੀਅנס ਇਜ਼ ਯੂਜ਼ਡ ਔਨ ਡਿਫਰੈਂਟ ਇਮੀਗ੍ਰੇਸ਼ਨ ਪਲੇਟਫਾਰਮਸ। ਓਕੇ, ਤੇ ਤੁਸੀਂ ਕੀ ਕਰੋਗੇ ਹੁਣ? ਕਰਾਊਡ ਦਿਖਾਣੀ ਆ। ਹੁਣ ਇਮੀਗ੍ਰੇਸ਼ਨ ਕੀ ਕਹਿੰਦੇ ਆ ਵੀ ਕਰਾਊਡ ਹੋਣੀ ਚਾਹੀਦੀ ਹੈ, ਜੈਨੂਇਨਿਟੀ ਹੋਣੀ ਚਾਹੀਦੀ ਹੈ, ਸਾਰਾ ਕੁਝ ਹੋਣਾ ਚਾਹੀਦਾ। ਉਹਨਾਂ ਨੇ ਇੱਦਾਂ ਕਰ ਲਿਆ ਕਵਰ। ਹੁਣ ਤੁਸੀਂ ਇੱਕ ਇਮੀਗ੍ਰੇਸ਼ਨ ਜੇ ਗਲਤੀ ਨਾਲ ਫੋਟੋਆਂ ਸੇਮ ਲੱਗ ਜਾਣ 2-3 ਵਿਆਹਾਂ ਵਿੱਚ, ਦਿਸ ਇਜ਼ ਹੈਪਨਿੰਗ, ਦਿਸ ਇਜ਼ ਰੀਅਲ। ਬੰਦਾ ਕਹੇ ਯਾਰ ਇਹ ਫੋਟੋ ਉਸ ਵਿਆਹ 'ਚ ਵੀ ਸੇਮ, ਫੋਟੋ ਵਿੱਚ ਵੀ ਸੇਮ। ਤੁਸੀਂ ਸੋਚੋ ਨਾ ਕਿ ਇੱਕ ਉਹਨਾਂ ਨੇ ਕਿੰਨੀਆਂ ਫਾਈਲਾਂ, ਬਟ ਗੱਲ ਹੈ ਕਿ ਦਿਸ ਇਜ਼ ਹੈਪਨਿੰਗ ਐਂਡ ਦਿਸ ਇਜ਼ ਪਾਰਟ ਆਫ ਆਵਰ ਸੋਸਾਇਟੀ। ਸੋ ਤੁਸੀਂ, ਮੈਂ ਇਹ ਛੋਟੀ ਛੋਟੀ ਤੁਸੀਂ ਪੁੱਛਿਆ, ਮੈਂ ਤੁਹਾਨੂੰ ਦੱਸਿਆ, ਦਿਸ ਇਜ਼ ਵਾਟ ਰਿਐਲਿਟੀ ਆਈ ਹੈਵ ਸੀਨ ਥਰੂ ਮਾਈ ਆਈਜ਼। ਚਲੋ ਇਹ ਆਪਾਂ ਲੋਕਾਂ ਨੂੰ ਵੀ ਕਹਿ ਸਕਦੇ ਵੀ ਇੱਕ ਜੈਨੂਇਨ ਰਹਿਣ, ਫਰਾਡ ਨਾ ਕਰਨ, ਕਿਉਂਕਿ ਇਹ ਜਿਹੜੇ ਫਰਾਡਸ ਹੋ ਰਹੇ ਆ ਇਹਦੇ ਨਾਲ ਸਾਡੀ ਅੱਗੋਂ ਫਰਦਰ ਜਿਹੜੀ ਇਮੀਗ੍ਰੇਸ਼ਨ ਪ੍ਰੋਸੈਸ ਉੱਤੇ ਬਹੁਤ ਅਸਰ ਪੈ ਰਿਹਾ। ਕੀ ਅਸਰ ਪੈ ਰਿਹਾ ਵੈਸੇ ਇਮੀਗ੍ਰੇਸ਼ਨ ਪ੍ਰੋਸੈਸ ਉੱਤੇ? ਜੂਡੂ ਹਾਰਡ ਹੋਈ ਜਾਂਦੀ ਹੈ ਅੱਗੇ ਨਾਲੋਂ। ਸਰ ਤੁਸੀਂ, ਮੈਂ ਹੁਣ ਸਰਕਾਰ ਦਾ ਨਾਮ ਨਹੀਂ ਲਊਂਗਾ, ਪਿੱਛੇ ਥੋੜਾ ਜਿਹਾ ਵੀ ਜਾਓਗੇ ਨਾ ਜੀ, ਇਮੀਗ੍ਰੇਸ਼ਨ ਮਿਨਿਸਟਰ ਉਸ ਟਾਈਮ ਦੇ ਜੇਸਨ ਕੈਨੀ, ਚਲੋ ਲੈਟਸ ਜਸਟ ਓਪਨ ਇਟ ਅਪ, ਜੇਸਨ ਕੈਨੀ ਹੈਜ਼ ਆਇਡੈਂਟੀਫਾਈਡ ਇਟ ਐਜ਼ ਅ ਇਮੀਗ੍ਰੇਸ਼ਨ ਮਿਨਿਸਟਰ ਵੀ ਵਾਟ ਇਜ਼ ਗੋਇੰਗ ਔਨ। ਤੇ ਸਾਰਾ ਸਿਸਟਮ ਉਹਨਾਂ ਨੇ ਕੰਟਰੋਲ 'ਚ ਕੀਤਾ। ਐਜੀ ਗੱਲ ਨਹੀਂ ਹੈ ਕਿ ਦਿਸ ਇਜ਼ ਸਮਥਿੰਗ ਵੀ ਉਹ ਆਊਟ ਆਫ ਕੰਟਰੋਲ ਹੀ ਰਹਿ ਸਕਦਾ। ਦੇਖੋ ਐਪਲੀਕੇਸ਼ਨ ਜਿਹੜੇ 'ਚ ਵੀ ਉਹ 'ਚ ਕੁਝ ਪਰਸੈਂਟੇਜ ਤਾਂ ਇਹ ਰਹਿਣਾ ਹੀ ਰਹਿਣਾ। ਤੁਸੀਂ ਉਹਨੂੰ 100% ਕਹੋਗੇ ਵੀ ਅਸੀਂ ਸਾਰਾ ਕੁਝ ਸਹੀ ਕਰ ਲਾਂਗੇ, ਨਹੀਂ, ਸਹੀ ਦੇ ਵਿੱਚ ਵੀ ਗਲਤ ਹੋ ਜਾਂਦਾ ਕਈ ਵਾਰ, ਠੀਕ ਹੈ ਨਾ। ਮੰਨ ਲਓ ਸਾਰਾ ਕੁਝ ਠੀਕ ਹੈ, ਕਿਸੇ ਏਜੰਟ ਤੋਂ ਡੈਕਲੇਰੇਸ਼ਨ ਜਾਂ ਕਾਉਂਸਲ ਤੋਂ ਡੈਕਲੇਰੇਸ਼ਨ ਕਰਦੇ ਗਲਤੀ ਹੋ ਗਈ। ਸੋ ਇਦਾਂ ਦੀਆਂ ਚੀਜ਼ਾਂ ਹਮੇਸ਼ਾ ਰਹਿੰਦੀਆਂ ਨੇ। ਅਪੀਲ ਬਣੀਆਂ ਨੇ, ਰਿਵਿਊਜ਼ ਬਣੇ ਨੇ, ਉਹ ਇਸ ਗੱਲਾਂ ਕਰਕੇ ਹੀ ਬਣੇ ਨੇ। ਲੇਕਿਨ ਆਪਾਂ ਜਿਹੜੀ ਚੀਜ਼ ਸਟਾਰਟ ਹੋ ਸਕਦੀ ਉਹ ਆਮ ਜਨਤਾ ਤੋਂ ਕਹਿੰਦੇ ਆ, ਘਰ ਤੋਂ ਕਹਿੰਦੇ ਆ ਵੀ ਅਸੀਂ ਕੀ ਕਰ ਰਹੇ ਹਾਂ। ਤੁਸੀਂ ਆਪਦੇ ਲੈਵਲ ਤੋਂ ਉਹਨੂੰ ਸੈੱਟ ਕਰਨਾ ਸ਼ੁਰੂ ਕਰੋ, ਫਿਰ ਸਰਕਾਰਾਂ ਤੱਕ ਆਪੇ ਜਾਊਗਾ। ਹੌਲੀ ਹੌਲੀ ਚੀਜ਼ਾਂ ਹੈਪਨ ਹੋਣਗੀਆਂ।
ਡੂ ਡਿਲੀਜੈਂਸ ਜ਼ਰੂਰ ਕਰੋ ਜੀ। ਪਰਿਵਾਰਾਂ ਤੱਕ ਦੀ ਸਾਂਝ ਹੈ, ਮੈਰਿਜ ਇੰਸਟੀਟਿਊਸ਼ਨ ਗ੍ਰਸਤ ਜੀਵਨ ਨੂੰ ਬਹੁਤ ਉੱਪਰ ਰੱਖਿਆ ਗਿਆ ਸਾਡੇ ਸ਼ਾਸਤਰਾਂ 'ਚ, ਸਾਡੇ ਮਹਾਰਾਜ ਦੇ ਗ੍ਰੰਥਾਂ ਦੇ ਵਿੱਚ ਸਭ ਕਿਤੇ ਡਿਕਲੇਅਰਡ ਹੈ ਗ੍ਰਸਤ ਜੀਵਨ ਨੂੰ ਬਹੁਤ ਉੱਪਰ ਮੰਨਿਆ ਗਿਆ। ਤਾਂ ਉਹਦੀ ਵੈਲਿਊ ਕਰਨ ਦੀ ਜ਼ਰੂਰਤ ਹੈ। ਇੱਦਾਂ ਨਹੀਂ ਹੈ ਜੀ, ਚਾਹੇ ਆਪਾਂ ਆਪਦੇ ਪੇਰੈਂਟਸ ਦੇਖ ਲਈਏ, ਗ੍ਰੈਂਡ ਪੇਰੈਂਟਸ ਦੇਖ ਲਈਏ, ਉਦੋਂ ਇਹ ਚੀਜ਼ਾਂ ਕਿਉਂ ਨਹੀਂ ਹੁੰਦੀਆਂ ਸੀਗੀਆਂ? ਦੈਟਸ ਓਕੇ ਕਿ ਕਲਚਰੀ ਬਹੁਤ ਬਾਉਂਡ ਸੀਗੇ ਪਰਿਵਾਰ। ਸੋ ਹੁਣ ਇਹ ਚੀਜ਼ਾਂ ਸਾਨੂੰ ਅੱਗੇ ਵਧਾਉਣ ਦੀ ਲੋੜ ਹੈ। ਸਾਡੀ ਸੁਸਾਇਟੀ ਸਾਡੇ ਬੱਚਿਆਂ ਨੂੰ ਗੁੱਡ ਐਗਜ਼ਾਮਪਲ ਦੇਣ ਦੀ ਲੋੜ ਹੈ। ਕੱਲ ਨੂੰ ਅਸੀਂ ਆਪ ਸ਼ਰਮਿੰਦਾ ਹੋਈਏ ਆਪਣੇ ਬੱਚਿਆਂ ਅੱਗੇ, ਉਹ ਚੰਗੀਆਂ ਗੱਲਾਂ ਨਹੀਂ। ਵਿਸ਼ੂ ਜੀ, ਆਖਰੀ ਕੁਐਸਚਨ ਬਸ ਤੁਹਾਨੂੰ ਪੁੱਛਣਾ ਵੀ ਪਹਿਲਾਂ ਹੀ ਸੁਣਦੇ ਨੇ ਸਾਂ ਕੰਟੈਕਟ ਮੈਰਿਜ, ਜਿੱਥੇ ਗੋਰੀ ਨਾਲ ਵਿਆਹ ਕਰਾ ਲਈਦਾ, ਫਿਰ ਆ ਜਾਈਦਾ, ਫਿਰ ਜੀ ਉਹ ਮਹੀਨੇ ਪੈਸੇ ਦੇਈਦੇ। ਹੁਣ ਤੇ ਨਹੀਂ ਹੁੰਦੇ ਬਹੁਤੇ, ਕਿਉਂ ਨਹੀਂ ਹੁੰਦੇ? ਸਰ ਕੁਛ ਵੀ ਜਿਹੜੀ ਹੁਣ ਇੰਡੀਆ ਨਹੀਂ ਕਰੀ ਜਾਂਦੇ ਆਪਸ ਚ ਕੰਟੈਕਟ ਮੈਰਿਜ। ਸਰ ਜਿਹੜੀ ਇਹਨੂੰ ਪ੍ਰਥਾ ਕਹਿ ਦਿੰਦੇ ਆਪਾਂ, ਪ੍ਰਥਾ ਵਰਡ ਬਹੁਤ ਵੱਡਾ, ਲੇਕਿਨ ਇਹ ਪ੍ਰਥਾ ਹੀ ਹੈ ਮੇਰੇ ਹਿਸਾਬ ਨਾਲ। ਜਿਹੜਾ ਇੱਕ ਵਾਰ ਸਟਾਰਟ ਹੋ ਗਿਆ ਉਹ ਬੰਦ ਹੋਣਾ ਬੜਾ ਹਾਰਡ ਹੈ। ਅੱਛਾ, ਠੀਕ ਹੈ। ਮੈਂ ਆਪਦੀ ਅੱਖਾਂ ਨਾਲ ਨਹੀਂ ਇਹਦਾ ਦੇਖਿਆ। ਮਤਲਬ ਜਿਹੜੇ ਫਰਾਡ ਸ਼ੁਰੂ ਆ ਉਹ ਬੰਦ ਨਹੀਂ ਹੋ ਸਕਦੇ। ਸਰ ਇਹਨੂੰ ਫਰਾਡ ਨਹੀਂ ਕਿਹਾ ਜਾ ਸਕਦਾ। ਕਈ ਵਾਰ ਇਨਸਾਨ ਜਿਹੜੇ ਮਿਸਰੀਪੋਜੀਸ਼ਨ ਕਰ ਰਹੇ ਆ, ਮੰਨ ਲਓ ਕਈ ਵਾਰ ਮੈਂ ਇਹ ਦੇਖਿਆ ਸਰ ਵੀ ਜੇ ਤੁਹਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਬਚਿਆ, ਇੱਕ ਇਨਸਾਨੀ ਜਾਮੇ ਦੇ ਵਿੱਚ ਤੁਸੀਂ ਸੋਚੋ ਤੁਹਾਡੀ ਮਜਬੂਰੀ ਦਾ ਲੈਵਲ ਹੀ ਉਸ ਲੈਵਲ ਤੱਕ ਪਹੁੰਚ ਗਿਆ, ਠੀਕ ਹੈ ਸਰ, ਤੇ ਤੁਸੀਂ ਕੀ ਕਰੋਗੇ? ਯੂ ਜਸਟ ਐਕਸਰਸਾਈਜ਼ ਸਰਵਾਈਵਲ ਫॉर द ਫਿਟੈਸਟ। ਤੋ ਤੁਸੀਂ, ਮੈਂ ਇਹ ਨਹੀਂ ਕਹਿੰਦਾ ਕਿ ਇਹ ਸਹੀ ਹੈ, ਲੇਕਿਨ ਜਿਹੜਾ ਉਹ ਡਿਸੀਜਨ ਲੈ ਰਿਹਾ ਹੋਊਗਾ ਉਹ ਇਸ ਸਿਚੁਏਸ਼ਨ 'ਚ ਲੈ ਰਿਹਾ ਹੋਊਗਾ ਕਿ ਹੁਣ ਮੇਰੇ ਕੋਲ ਰਾਹ ਨਹੀਂ ਬਚਿਆ ਤੇ ਮੈਂ ਕੀ ਕਰਾਂ। ਤੇ ਅੱਗੇ ਕਾਉਂਸਲ ਵੀ ਕਈ ਉਦਾਂ ਦੇ ਹੈਗੇ, ਏਜੰਟ ਵੀ ਉਦਾਂ ਦੇ ਹੈਗੇ ਜਿਹੜੇ ਉਹਨੂੰ ਸਲਾਹ ਦੇ ਦੇਣਗੇ ਯਾਰ ਤੂੰ ਆਹ ਕਰ ਲਾ। ਤੁਸੀਂ ਸਮਝ ਗੱਲ ਨੂੰ? ਸੋ ਇਦਾਂ ਦੀ ਗੱਲ ਨਹੀਂ ਹੈਗੀ ਕਿ ਜੇ ਆਪਾਂ ਕਹੀਏ ਕਿ ਉਹ ਜੜ ਤੋਂ ਹੀ ਖਤਮ ਹੋ ਗਈ ਹੈ, ਇਹ ਹੋਮੋਪੈਥੀ ਵਾਲਾ ਸਿਸਟਮ ਨਹੀਂ ਹੈਗਾ ਜੀ। ਸੋ ਇਟ ਵਿਲ ਟੇਕ ਟਾਈਮ ਐਜ਼ ਲੌਂਗ ਐਜ਼ ਜਿਵੇਂ ਲੋਕ ਮੈਚੁਰ ਹੋਣਗੇ, ਐਜੂਕੇਟਡ ਹੋਣਗੇ। ਦੇਖੋ ਨਾ ਜੀ, ਤੁਸੀਂ ਕੋਈ ਵੀ ਫੈਮਿਲੀ ਡਿਸਟਰਪਟ ਹੁੰਦੀ ਹੈ ਨਾ, ਉਹਦੀ ਕਨਸੀਕੁਐਂਸਸ ਦੇਖੋ, ਬਾਕੀ ਸਭ ਕੁਝ ਸੈਟਲ ਹੋ ਜਾਂਦਾ। ਤੁਸੀਂ EMPLOYMENT ਨਾਲ ਫਾਈਟ ਹੋ ਗਈ, ਠੀਕ ਹੈ, ਤੁਸੀਂ ਨਵੀਂ ਜੌਬ ਲੱਭ ਲਈ, ਸਾਰਾ ਕੁਝ ਅਗਲਾ ਕੋ ਨਵਾਂ ਵਿਆਹ ਵੀ ਤਾਂ ਕਰਨਾ ਹੈ, ਲੇਕਿਨ ਉਹਦੇ ਵਿੱਚ ਵਿਚਾਲੇ ਬਹੁਤ ਕੁਝ ਹੈ। ਤੁਹਾਡੀ ਪ੍ਰਾਪਰਟੀਜ਼, ਤੁਹਾਡੇ ਬੱਚੇ, ਤੁਹਾਡੀ ਐਲਮਨੀ ਦੇਣੀ ਜਿਹੜੀ ਹੈ, ਠੀਕ ਹੈ, ਫਿਰ ਲੀਗਲ ਫੀਸਿਸ। ਇਹ ਤਾਂ ਹੈ ਨਹੀਂ ਨਾ ਕਿ ਵੀ ਸਤਿ ਸ੍ਰੀ ਅਕਾਲ ਜੀ ਤੂੰ ਆਪਦੇ ਰਾਹ ਮੈਂ ਆਪਦੇ ਰਾਹ। ਸਿਸਟਮ ਦੇ ਵਿੱਚ ਤਾਂ ਆਉਣਾ ਪਊਗਾ ਨਾ। ਸਿਸਟਮ 'ਚ ਕਿਵੇਂ ਆਉਣਾ? ਫਿਰ ਜੇ ਨਹੀਂ ਪੈਸੇ ਹੈਗੇ, ਲੀਗਲ ਏਡਸ ਨੇ, ਟਾਈਮ ਕਿੰਨਾ ਲੱਗਣਾ ਇਹਦੇ 'ਚ ਇਨਵੋਲਵ, ਫਰਸਟ੍ਰੇਸ਼ਨ, ਮੈਂਟਲ ਸਟ੍ਰੈਸ, ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਮਤਲਬ ਤੁਸੀਂ ਇਹ ਸੋਚਣਾ ਵੀ ਤੁਸੀਂ ਸਾਰਾ ਕੁਝ, ਮਤਲਬ ਇਹਨਾਂ ਕੰਟਰੀਆਂ ਦੇ ਵਿੱਚ ਟਾਈਮ ਹੀ ਮਨੀ ਕਹਿੰਦੇ ਆ ਜੀ ਅਸੀਂ। ਤੁਹਾਡਾ ਟਾਈਮ ਇਹਨਾਂ ਚੀਜ਼ਾਂ 'ਚ ਖਰਾਬ ਹੋ ਗਿਆ ਤਾਂ ਤੁਸੀਂ ਫਿਰ ਲੀਹ ਤੇ ਜਾਣਾ ਕਿੰਨਾ ਔਖਾ। ਸੋ ਕੋਸ਼ਿਸ਼ ਇਹੀ ਕਰੋ, ਆਪਦੇ ਪਾਰਟਨਰ ਦੀ ਇੱਜ਼ਤ ਕਰੋ, ਠੀਕ ਹੈ। ਫੀਮੇਲਸ ਵਾਂਟ ਮੋਰ ਪਲੇਜ਼ੈਂਟ ਥਿੰਗਸ, ਤੁਸੀਂ ਉਹਨਾਂ ਨੂੰ ਸਪੋਰਟ ਕਰੋ, ਉਹਨਾਂ ਨੂੰ ਇੰਪਾਵਰ ਕਰੋ, ਉਹਨਾਂ ਨੂੰ ਪੜ੍ਹਾਓ ਲਿਖਾਓ, ਉਹਨਾਂ ਨੂੰ ਕਾਬਿਲ ਬਣਾਓ, ਆਪਦੀ ਰੋਟੀ ਆਪ ਕਮਾ ਸਕਦੇ ਹੋਣ। ਇੱਦਾਂ ਦੀ ਇੰਟੀਮੇਸੀ ਰਿਲੇਸ਼ਨਸ਼ਿਪ 'ਚ ਹੋਣੀ ਜ਼ਰੂਰੀ ਹੈ। ਬਾਕੀ ਸਰ ਹੋਵੇ ਸੋਈ ਜੋ ਭਾਵੇਂ ਕਰਤਾਰ, ਤੇ ਆਪਣੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ। ਸੋ CPC ਦਰਸ਼ਕਾਂ ਨੂੰ ਅੱਜ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ, ਉਹਨਾਂ ਦੇ ਕੀ ਸੁਝਾਅ ਨੇ, ਉਹਦੇ ਬਾਰੇ ਸਾਨੂੰ ਦੱਸਿਆ ਜਾਵੇ। ਸੋ ਮੈਨੂੰ ਲੱਗਦਾ ਹੈ ਕਿ ਅੱਜ ਕਾਫੀ ਵਿਸ਼ੂ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰਾ ਕੁਝ ਡਿਸਕਸ ਕੀਤਾ ਹੈ। ਸੋ ਮੈਂ ਅੱਜ CPC ਦਰਸ਼ਕਾਂ ਨੂੰ ਫਿਰ ਦੁਬਾਰਾ ਬਹੁਤ ਧੰਨਵਾਦ ਕਹਿਣਾ ਵਾ, ਕਿਉਂਕਿ ਸਾਨੂੰ ਉਹ ਬਹੁਤ ਹੀ ਪਪੂਲਰ ਕਰ ਰਹੇ ਹਨ, ਸਾਡੇ ਦਰਸ਼ਕ ਬਹੁਤ ਵੱਧ ਰਹੇ ਹਨ, ਉਹਨਾਂ ਦਾ ਬਹੁਤ ਧੰਨਵਾਦ। ਸੋ ਧੰਨਵਾਦ ਵਿਸ਼ੂ ਜੀ। ਡਾਕਟਰ ਸਾਹਿਬ ਬਹੁਤ ਧੰਨਵਾਦ। ਮੈਂ CPC ਦੇ ਆਡੀਅנס ਨੂੰ ਗੁਜ਼ਾਰਿਸ਼ ਕਰਦਾ, ਉਮੀਦ ਕਰਦਾ ਤੁਹਾਨੂੰ ਸਾਡੇ ਸ਼ੋਅ ਪਸੰਦ ਆ ਰਹੇ ਹੋਣਗੇ। ਤੁਸੀਂ ਆਪਦੇ ਸੁਝਾਅ ਜ਼ਰੂਰ ਸਾਨੂੰ ਦੱਸਿਓ, ਉੱਥੋਂ ਹੀ ਅਸੀਂ ਆਪਣੇ ਆਪ ਨੂੰ ਬੈਟਰ ਕਰ ਸਕਦੇ ਹਾਂ। ਤੁਹਾਡੇ ਸੁਝਾਅ ਆਲਵੇਜ਼ ਵੈਲਕਮ ਹੋਣਗੇ। ਕਮੈਂਟ ਕਰਕੇ ਸਾਡੇ ਸ਼ੋਅ ਦੇ ਉੱਤੇ ਜ਼ਰੂਰ ਦੱਸਿਓ। ਧੰਨਵਾਦ ਜੀ।